ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਜੋ ਵੀ ਸਟੂਡੈਂਟ ਪੀਐਸ ਟੈਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਤਿਆਰੀ ਕਰੀਏ, ਮਟੀਰੀਅਲ ਨੋਟਸ ਦੀ ਦਿੱਕਤ ਆ ਰਹੀ ਹੈ, ਤਾਂ ਇਹ ਚੈਨਲ ਤੁਹਾਡੇ ਲਈ ਸਭ ਤੋਂ ਜ਼ਿਆਦਾ ਹੈਲਪਫੁਲ ਹੋਏਗਾ ਕਿਉਂਕਿ ਪੂਰਾ ਫ੍ਰੀ ਆਫ ਕੋਰਸ ਤੁਹਾਨੂੰ ਇੱਥੇ ਪੂਰਾ ਜੋ ਕੋਰਸ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਔਰ ਜਿਵੇਂ ਹੀ ਆਪਣਾ ਸਿਲੇਬਸ ਕੰਪਲੀਟ ਹੋਏਗਾ ਆਪਾਂ ਬਹੁਤ ਸਾਰੇ ਜੋ MCQs ਨੇ ਹਰ ਟੌਪਿਕ ਦੇ ਅਕੋਰਡਿੰਗ ਟੌਪਿਕ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜੋ ਨੋਟਸ ਨਹੀਂ ਉਹ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਸੈਂਡ ਕਰ ਦਿੱਤੇ ਜਾਂਦੇ ਨੇ। ਔਰ ਜੋ ਗੱਲ ਕੀਤੀ ਜਾਵੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਗਰ ਗੱਲ ਕਰੀਏ ਤੁਹਾਡੀ ਡਾਊਟਸ ਦੀ, ਤਾਂ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਇੱਕ ਸਪੈਸ਼ਲ ਡਿਸਕਸ਼ਨ ਗਰੁੱਪ ਬਣਾਇਆ ਗਿਆ ਹੈ ਜਿਹਦੇ ਵਿੱਚ ਤੁਸੀਂ ਆਪਣੇ ਡਾਊਟਸ ਪੁੱਛ ਸਕਦੇ ਹੋ। ਤਾਂ ਉਹ ਜੋ ਗਰੁੱਪ ਹੈ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਕਲੀਅਰ? ਤਾਂ ਇਹ ਸਾਰੀਆਂ ਗੱਲਾਂ ਜੇਕਰ ਤੁਸੀਂ ਫਸਟ ਟਾਈਮ ਆਏ ਹੋ ਚੈਨਲ ਦੇ ਉੱਪਰ ਤਾਂ ਜ਼ਰੂਰ ਸਬਸਕ੍ਰਾਈਬ, ਸ਼ੇਅਰ, ਲਾਈਕ ਜ਼ਰੂਰ ਕਰੋ ਇਸ ਨੂੰ। ਠੀਕ ਹੈ ਜੀ। ਤਾਂ ਚਲੋ ਫਿਰ ਸਟਾਰਟ ਕਰਦੇ ਹਾਂ ਟੌਪਿਕ ਨੂੰ। ਅੱਜ ਆਪਾਂ ਕੀ ਡਿਸਕਸ ਕਰਨਾ ਹੈ, ਜੀਨ ਪਿਆਜੇਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਸੀ ਟੈਟ ਦੇ ਰਹੇ ਹੋ, ਪੀਐਸ ਟੈਟ ਦੇ ਰਹੇ ਹੋ ਜਾਂ ਕਿਸੇ ਵੀ ਆਪਾਂ ਕਹਿ ਸਕਦੇ ਹਾਂ ਕਿ ਟੈਟ ਦੀ ਤਿਆਰੀ ਕਰ ਰਹੇ ਹੋ, ਤਾਂ ਉੱਥੇ ਜੀਨ ਪਿਆਜੇ ਦੀ ਜੋ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਹੈ ਜਾਂ ਫਿਰ ਜੀਨ ਪਿਆਜੇ ਦੀ ਕੋਈ ਵੀ ਗਿਵਨ ਥਿਊਰੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਫੇਮਸ ਸਾਈਕੋਲੋਜਿਸਟ ਸੀ ਜਿਨ੍ਹਾਂ ਨੇ ਬਹੁਤ ਡਿਟੇਲ ਦੇ ਵਿੱਚ ਆਪਣੀਆਂ ਸਟੇਜਸ ਨੂੰ ਐਕਸਪਲੇਨ ਕੀਤਾ। ਕੁਐਸਚਨ ਕਿੱਦਾਂ ਦੇ ਬਣ ਜਾਂਦੇ ਆ ਇਸ ਥਿਊਰੀ ਦੇ ਵਿੱਚੋਂ। ਜੀਨ ਪਿਆਜੇਸ ਨੇ ਆਪਾਂ ਦੇਖੋ ਡਿਵੈਲਪਮੈਂਟ ਦੀਆਂ ਸਟੇਜਸ ਕੀਤੀਆਂ ਸੀ, ਠੀਕ ਹੈ, ਉਹ ਤਾਂ ਸੀ ਜੋ ਡਿਵੈਲਪਮੈਂਟ ਦੀਆਂ ਜਨਰਲ ਸਟੇਜਸ ਸੀ। ਬਟ ਜੀਨ ਪਿਆਜੇ ਨੇ ਖੁਦ ਸਟੇਜਸ ਦੇ ਵਿੱਚ ਇਸ ਨੂੰ ਪੂਰਾ ਦੱਸਿਆ ਕਿ ਹਾਂਜੀ ਇਸ ਏਜ ਦੇ ਵਿੱਚ ਬੱਚਾ ਇਸ ਤਰੀਕੇ ਨਾਲ ਗਰੋ ਕਰਦਾ, ਜਿਸ ਤਰੀਕੇ ਨਾਲ ਸਿੱਖਦਾ, ਜਿਸ ਦਾ ਕੋਗਨੀਟਿਵ ਵਿਕਾਸ ਇਸ ਉਮਰ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ। ਤਾਂ ਸਾਰਾ ਕੁਛ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ। ਉਹਨਾਂ ਵਿੱਚ ਬਹੁਤ ਕਾਫੀ ਹੱਦ ਤੱਕ ਕੁਐਸਚਨਸ ਬਣ ਜਾਂਦੇ ਹਨ। ਬੜਾ ਆਮ ਹੀ ਹੈ ਉਹਨਾਂ ਜੀਨ ਪਿਆਜੇ ਦੇ ਨਾਮ 'ਤੇ ਕੁਐਸਚਨਸ ਨੂੰ ਪੀਐਸ ਟੈਟ ਦੇ ਵਿੱਚ ਜਾਂ ਸੀ ਟੈਟ ਦੇ ਵਿੱਚ ਆਮ ਹੀ ਦੇਖਿਆ ਜਾਂਦਾ ਹੈ। ਠੀਕ ਹੈ। ਇਸ ਤੋਂ ਇਲਾਵਾ ਸਕੀਮਸ, ਠੀਕ ਹੈ ਜੀ, ਔਰ ਕਿਹੜੇ ਕਿਹੜੇ ਫੰਕਸ਼ਨਸ ਨੇ ਡਿਵੈਲਪਮੈਂਟ ਥਿਊਰੀ ਦੇ, ਉਹ ਸਾਰੇ ਅੱਜ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੋੜ੍ਹਾ ਜਿਹਾ ਪਹਿਲਾਂ ਪੜ੍ਹਾਂਗੇ ਕਿ ਜੀਨ ਪਿਆਜੇ ਬਾਰੇ, ਥੋੜ੍ਹਾ ਜਿਹਾ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇਸ ਥਿਊਰੀ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਆਫਟਰ ਦੈਟ ਉਹਨਾਂ ਦੇ ਕੁਝ ਬੁੱਕਸ ਨੇ ਜੋ ਇੰਪੋਰਟੈਂਟ ਨੇ। ਕਈ ਵਾਰੀ ਬੁੱਕਸ ਦੇ ਰਿਗਾਰਡਿੰਗ ਅਗਰ ਆਪਾਂ ਪੀਐਸ ਟੈਟ ਨੂੰ ਰੱਖੀਏ ਸਾਹਮਣੇ ਤਾਂ ਬਣ ਜਾਂਦੇ ਆ ਕੁਐਸਚਨ। ਠੀਕ ਹੈ। ਸਕੀਮਾ ਕੀ ਹੈ, ਸਕੀਮਸ ਕੀ ਹੈ, ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਇਕੁਲਿਬਰੀਅਮ, ਡਿਸਇਕੁਲਿਬਰੀਅਮ ਦੀ ਕੰਡੀਸ਼ਨ ਕੀ ਹੈ, ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਸਮਝਾਂਗੇ, ਜਾਣਾਂਗੇ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਫਸਟ ਟਾਈਮ ਆਏ ਹੋ, ਦੁਬਾਰਾ ਕਹਿ ਰਹੀ ਹਾਂ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕਿਉਂਕਿ ਬਹੁਤ ਜ਼ਿਆਦਾ ਹੈਲਪਫੁਲ ਹੈ ਤੁਹਾਡੇ ਲਈ ਪੂਰਾ ਦਾ ਪੂਰਾ ਚੈਨਲ। ਕਲੀਅਰ? ਤਾਂ ਬਿਲਕੁਲ ਸਟਾਰਟ ਕਰਦੇ ਟੌਪਿਕ ਨੂੰ ਬਿਨਾਂ ਟਾਈਮ ਵੇਸਟ ਕੀਤੇ। ਦੇਖੋ ਹੁਣ ਆਪਾਂ ਸਿਰਫ ਟੌਪਿਕ ਬਾਰੇ ਗੱਲ ਕਰ ਰਹੇ ਹਾਂ ਤਾਂ ਟੌਪਿਕ ਦਾ ਜਿਹੜਾ ਨੇਮ ਹੈ ਤੁਹਾਡੇ ਸਾਹਮਣੇ ਹੈ, ਜਿਹਦਾ ਨਾਮ ਹੈ ਜੀਨ ਪਿਆਜੇਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਕੋਗਨੀਟਿਵ ਦਾ ਮਤਲਬ ਕੀ ਹੁੰਦਾ? ਪਹਿਲਾਂ ਤਾਂ ਦੇਖੋ ਜੀਨ ਪਿਆਜੇ ਦੁਆਰਾ ਦਿੱਤੀ ਗਈ ਹੈ ਔਰ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦਿੱਤੀ ਗਈ। ਕੋਗਨੀਟਿਵ ਦਾ ਮਤਲਬ ਕੀ ਹੁੰਦਾ? ਕੋਗਨੀਟਿਵ ਦਾ ਮਤਲਬ ਹੁੰਦਾ ਸੰਗਿਆਨਾਤਮਕ। ਸੰਗਿਆਨਾਤਮਕ ਮਤਲਬ ਜੋ ਆਪਣਾ ਮੈਂਟਲੀ ਡਿਵੈਲਪਮੈਂਟ ਹੈ ਉਹ ਕਿਸ ਤਰੀਕੇ ਨਾਲ ਹੁੰਦਾ। ਦੇਖੋ ਇਸ ਨੂੰ ਥੋੜ੍ਹਾ ਆਪਾਂ ਨਾਲ ਕੰਪੈਰੀਜ਼ਨ ਕਰਾਂਗੇ ਵਾਈਗੋਸਕੀ ਦੀ ਥਿਊਰੀ ਦੇ ਨਾਲ, ਜੋ ਆਪਾਂ ਪੜ੍ਹ ਚੁੱਕੇ ਹਾਂ, ਸੋਸ਼ੀਓ ਕਲਚਰਲ ਥਿਊਰੀ। ਸੋਸ਼ੀਓ ਕਲਚਰਲ ਥਿਊਰੀ ਤੁਸੀਂ ਪੂਰਾ ਡਿਟੇਲ ਦੇ ਵਿੱਚ ਪੜ੍ਹੀ ਹੋਏਗੀ। ਅਗਰ ਨਹੀਂ ਪੜ੍ਹੀ ਤਾਂ ਜਾ ਕੇ ਤੁਸੀਂ ਚੈਨਲ 'ਤੇ ਜਾ ਕੇ ਪੜ੍ਹ ਸਕਦੇ ਹੋ, ਉਹ ਵੀ ਬਹੁਤ ਇੰਪੋਰਟੈਂਟ ਹੈ। ਠੀਕ ਹੈ। ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਬੱਚੇ ਦੀ ਉਮਰ ਇੰਨੀ ਜ਼ਿਆਦਾ, ਉਹਨਾਂ ਨੇ ਉਮਰ ਦੇ ਉੱਪਰ ਜ਼ੋਰ ਨਹੀਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਬੱਚੇ ਦੀ ਕੋਈ ਉਮਰ ਨਹੀਂ ਹੈ ਸਿੱਖਣ ਲਈ, ਉਹ ਹੋ ਸਕਦਾ ਹੈ ਕਿ ਜਲਦੀ ਸਿੱਖ ਜਾਵੇ। ਠੀਕ ਹੈ। ਮਤਲਬ ਸਮਾਜ ਤੋਂ ਸਿੱਖਦਾ ਹੈ। ਠੀਕ ਹੈ। ਬਟ ਪਿਆਜੇ ਨੇ ਜੋ ਕਿਤੇ ਨਾ ਕਿਤੇ ਸਟੇਜਸ ਦੇ ਨਾਲ ਆਪਣਾ ਪੂਰਾ ਡਿਸਟਰੀਬਿਊਟ ਕਰਦੇ ਨੇ ਕਿ ਇਸ ਉਮਰ ਦੇ ਵਿੱਚ ਬੱਚੇ ਦਾ ਇੰਨਾ ਕੁ ਵਿਕਾਸ ਹੋ ਸਕਦਾ ਹੈ। ਤਾਂ ਠੀਕ ਆ, ਉਹਨਾਂ ਨੇ ਕੀ ਕਿਹਾ ਸੀਗਾ ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਬਹੁਤ ਆਪਾਂ ਕੀ ਕਹਿ ਦਿੰਦੇ ਹਾਂ ਸੰਗਿਆਨਾਤਮਕ ਵਿਕਾਸ ਦੇ ਬਾਰੇ ਉਹਨਾਂ ਨੇ ਪੂਰਾ ਜ਼ੋਰ ਦਿੱਤਾ ਸੀਗਾ। ਅੱਗੇ ਅਗਰ ਆਪਾਂ ਗੱਲ ਕਰੀਏ, ਉਹਨਾਂ ਨੂੰ ਕੰਸਟਰਕਟਿਵਿਜ਼ਮ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜਿਵੇਂ ਆਪਾਂ ਵਾਈਗੋਸਕੀ ਨੂੰ ਸਮਾਜਿਕ ਮਨੋਵਿਗਿਆਨੀ ਦੇ ਨਾਮ ਨਾਲ ਜਾਣਦੇ ਹਾਂ, ਉਸੇ ਤਰੀਕੇ ਨਾਲ ਆਪਾਂ ਜੀਨ ਪਿਆਜੇ ਨੂੰ ਵੀ ਕੰਸਟਰਕਟਿਵਿਜ਼ਮ ਦੇ ਨਾਮ ਨਾਲ ਜਾਣਦੇ ਹਾਂ। ਚਲੋ ਥੋੜ੍ਹਾ ਪੜ੍ਹ ਲੈਂਦੇ ਹਾਂ ਜੀਨ ਪਿਆਜੇ ਬਾਰੇ। ਸਭ ਤੋਂ ਪਹਿਲਾਂ ਤੁਸੀਂ ਪੁਆਇੰਟ ਲਿਖਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਤੁਹਾਡੇ ਸਾਹਮਣੇ, ਉਹ ਕਿੱਥੋਂ ਬਿਲੋਂਗ ਕਰਦੇ ਸੀਗੇ? ਸਵਿਟਜ਼ਰਲੈਂਡ ਤੋਂ ਬਿਲੋਂਗ ਕਰਦੇ ਸੀ। ਸੋ ਬਿਲੋਂਗ ਫਰੋਮ ਸਵਿਟਜ਼ਰਲੈਂਡ। ਇਹ 'ਚ ਤਾਂ ਕੋਈ ਇੱਦਾਂ ਦੀ ਡਿਫੀਕਲਟੀ ਨਹੀਂ ਹੈ। ਠੀਕ ਹੈ। ਸਿੰਪਲ ਜਿਹੀ ਚੀਜ਼ ਹੈ ਕਿ ਉਹ ਸਵਿਟਜ਼ਰਲੈਂਡ ਤੋਂ ਬਿਲੋਂਗ ਕਰਦੇ ਸੀ। ਉਹਨਾਂ ਨੂੰ ਰੈਡੀਕਲ ਕੰਸਟਰਕਟਿਵਿਜ਼ਮ ਵੀ ਕਿਹਾ ਜਾਂਦਾ ਹੈ। ਠੀਕ ਹੈ। ਕਿਉਂ ਕਿਹਾ ਜਾਂਦਾ ਹੈ ਉਹਨਾਂ ਨੂੰ ਰੈਡੀਕਲ? ਦਾ ਮਤਲਬ ਕੀ ਹੋ ਗਿਆ? ਮਤਲਬ ਕਿਸੇ ਚੀਜ਼ ਬਾਰੇ ਉਹਨਾਂ ਨੇ ਪੂਰਾ ਪੱਕਾ ਕਿਹਾ ਸੀ ਕਿ ਹਾਂਜੀ ਇਸੇ ਤਰੀਕੇ ਨਾਲ ਜੋ ਬੱਚੇ ਦਾ ਸੰਗਿਆਨਾਤਮਕ ਮਤਲਬ ਪੂਰਾ ਜ਼ੋਰ ਉਹਨਾਂ ਨੇ ਕਿਤੇ ਨਾ ਕਿਤੇ ਕਿਹਦੇ ਉੱਪਰ ਦਿੱਤਾ ਸੀਗਾ? ਐਕਟੀਵਿਟੀਜ਼ ਦੇ ਉੱਪਰ ਆਪਾਂ ਬੋਲ ਸਕਦੇ ਹਾਂ। ਠੀਕ ਹੈ। ਉਹਨਾਂ ਨੇ ਇੱਕ ਹੋਰ ਵਰਡ ਜੋ ਸੀਗਾ ਬਹੁਤ ਫੇਮਸ, ਲਿਟਲ ਸਾਇੰਟਿਸਟ, ਉਹਦੇ ਬਾਰੇ ਵੀ ਆਪਾਂ ਪੜ੍ਹਾਂਗੇ। ਠੀਕ ਹੈ। ਉਹਨਾਂ ਨੇ ਬੱਚਿਆਂ ਨੂੰ ਲਿਟਲ ਸਾਇੰਟਿਸਟ ਵੀ ਕਿਹਾ ਸੀਗਾ। ਮਤਲਬ ਉਹਨਾਂ ਨੇ ਪੂਰਾ ਜ਼ੋਰ ਕਿਸ ਚੀਜ਼ ਉੱਪਰ ਦਿੱਤਾ ਸੀ ਕਿ ਬੱਚੇ ਖੁਦ ਸਿੱਖਦੇ ਹਨ, ਬੱਚੇ ਆਪਣੀ ਉਮਰ ਦੇ ਅਕੋਰਡਿੰਗ ਆਪਣਾ ਵਿਕਾਸ ਖੁਦ ਕਰ ਸਕਦੇ ਹਨ। ਠੀਕ ਹੈ। ਲਿਟਲ ਸਾਇੰਟਿਸਟ ਦਾ ਮਤਲਬ ਕੀ ਹੋ ਗਿਆ ਕਿ ਬੱਚੇ ਆਪਣਾ ਜੋ ਗਿਆਨ ਹੈ ਉਹ ਖੁਦ ਪ੍ਰਾਪਤ ਕਰਦੇ ਨੇ। ਠੀਕ ਹੈ ਜੀ। ਤਾਂ ਬਿਲਕੁਲ ਬੱਚੇ ਗਿਆਨ ਦਾ ਵਿਕਾਸ ਕਰਦੇ ਨੇ, ਇਹਨਾਂ ਦਾ ਕਹਿਣ ਦਾ ਮਤਲਬ ਇਹੀ ਸੀਗਾ।
ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ, ਸਵਿਸ ਸਾਈਕੋਲੋਜਿਸਟ ਵੀ ਕਿਹਾ ਜਾਂਦਾ ਹੈ। ਠੀਕ ਹੈ, ਹੋ ਸਕਦਾ ਤੁਹਾਨੂੰ ਇੱਦਾਂ ਕੁਐਸਚਨ ਬਣ ਜਾਣ ਕਿ ਸਵਿਸ ਸਾਈਕੋਲੋਜਿਸਟ ਨੂੰ ਕਿਹਨਾਂ ਨੂੰ ਕਿਹਾ ਜਾਂਦਾ, ਤਾਂ ਓਬਵੀਅਸਲੀ ਜੀਨ ਪਿਆਜੇ ਨੂੰ ਕਿਹਾ ਜਾਂਦਾ। ਜੈਨੇਟਿਕ ਦੇ ਬਾਰੇ ਇਹਨਾਂ ਨੇ ਪੂਰਾ ਇਹਨਾਂ ਨੇ ਜ਼ਿਆਦਾ ਫੋਕਸ, ਮੇਰੇ ਕਹਿਣ ਦਾ ਇੱਥੇ ਇੱਕ ਚੀਜ਼ ਕਲੀਅਰ ਹੋ ਰਹੀ ਹੈ ਸਟੱਡੀ ਆਫ ਜੀਨਸ ਤੋਂ। ਠੀਕ ਹੈ, ਕਿ ਉਹਨਾਂ ਨੇ ਕਿਹਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਸੀਗਾ, ਹੈਰੀਡਿਟੀ ਦੇ ਉੱਪਰ। ਠੀਕ ਹੈ, ਜਿਵੇਂ ਕਿ ਵਾਈਗੋਸਕੀ ਨੇ ਜ਼ਿਆਦਾ ਗੱਲ ਕੀਤੀ ਸੀ ਸਮਾਜ ਦੀ, ਕਿ ਬੱਚਾ ਜ਼ਿਆਦਾ ਸਮਾਜ ਤੋਂ ਸਿੱਖਦਾ ਹੈ, ਉਸੇ ਤਰੀਕੇ ਨਾਲ ਜੀਨ ਪਿਆਜੇ ਦਾ ਕਹਿਣਾ ਸੀ ਕਿ ਹੈਰੀਡਿਟੀ ਉੱਪਰ ਜੋ ਬੱਚੇ ਦੇ ਸਿੱਖਣ ਦੇ ਫੈਕਟਰਸ ਨੇ, ਡਿਵੈਲਪਮੈਂਟ ਦੇ ਫੈਕਟਰਸ ਨੇ, ਉਹ ਕਾਫੀ ਡਿਪੈਂਡ ਕਰਦੇ ਨੇ। ਠੀਕ ਹੈ ਜੀ, ਤਾਂ ਉਹਨਾਂ ਨੇ ਕਿਹਦੀ ਗੱਲ ਕੀਤੀ ਸੀ, ਜੀਨਸ ਦੀ ਗੱਲ ਕੀਤੀ ਸੀ। ਠੀਕ ਹੈ, ਉਸ ਤੋਂ ਇਲਾਵਾ ਆਪਾਂ ਦੇਖ ਪਾ ਰਹੇ ਹਾਂ ਉਹਨਾਂ ਨੇ 4 ਸਟੇਜਿਸ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਸੀ, ਜੋ ਕਿ ਆਪਾਂ ਡਿਸਕਸ ਕਰਾਂਗੇ। ਆਫਟਰ ਦੈਟ ਇਸ ਥਿਊਰੀ ਦੇ ਵਿੱਚ ਉਹਨਾਂ ਨੇ ਜੋ ਐਕਸਪੈਰੀਮੈਂਟ ਕੀਤਾ ਸੀ ਉਹ ਕਿਹਦੇ ਉੱਪਰ ਕੀਤਾ ਸੀ, ਉਹਨਾਂ ਨੇ ਆਪਣੇ ਹੀ ਬੱਚੇ ਉੱਪਰ ਐਕਸਪੈਰੀਮੈਂਟ ਕੀਤਾ ਸੀ, ਔਰ ਜਿਹਦੇ ਵਿੱਚ 2 ਲੜਕੀਆਂ ਸੀ ਔਰ 1 ਬॉय ਸੀ। ਠੀਕ ਹੈ, ਤਾਂ ਉਹਨਾਂ ਨੇ ਜੋ ਥਿਊਰੀ ਦੇ ਲਈ ਐਕਸਪੈਰੀਮੈਂਟ ਕੀਤਾ ਸੀ ਉਹ ਖੁਦ ਦੇ ਬੱਚੇ ਦੇ ਉੱਪਰ ਕੀਤਾ ਸੀ। ਨੈਕਸਟ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਚੀਜ਼ ਕਹੀ ਹੈ, ਉਹਨਾਂ ਨੂੰ ਫਾਦਰ ਆਫ ਕੋਗਨੀਟਿਵ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਆਪਾਂ ਇਹ ਵੀ ਕਹਿ ਸਕਦੇ ਕਿ ਉਹਨਾਂ ਨੂੰ ਰਚਨਾਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ, ਸਿਰਜਣਾਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਹੈ, ਕੋਗਨੀਟਿਵ ਸੰਗਿਆਨਾਤਮਕ ਦਾ ਵਿਕਾਸ ਉਹਨਾਂ ਨੇ ਉਹਦੇ ਵਿੱਚ ਪੂਰਾ ਆਪਣਾ ਕੰਟਰੀਬਿਊਸ਼ਨ ਦਿੱਤਾ ਸੀ। ਠੀਕ ਹੈ ਜੀ, ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਡਿਸਕੰਟੀਨਿਊਸ ਪ੍ਰੋਸੈਸ, ਤੁਹਾਡੇ ਸਾਹਮਣੇ ਲਿਖਿਆ ਹੋਇਆ ਆ ਰਿਹਾ ਕਿ ਇਹ ਇੱਕ ਡਿਸਕੰਟੀਨਿਊਸ ਪ੍ਰੋਸੈਸ ਹੁੰਦਾ, ਕੰਟੀਨਿਊਸਲੀ ਨਹੀਂ ਚੱਲਦਾ, ਡਿਸਕੰਟੀਨਿਊਸ ਹੁੰਦਾ। ਕੰਟੀਨਿਊਸ ਦਾ ਮਤਲਬ ਕੀ ਹੋ ਗਿਆ, ਲਗਾਤਾਰ ਸਿੱਖਣਾ। ਅਗਰ ਆਪਾਂ ਥੋੜ੍ਹਾ ਜਿਹਾ ਗ੍ਰਾਫਿਕਲੀ ਇਸ ਨੂੰ ਦੇਖੀਏ, ਬਟ ਪਿਆਜੇ ਕੀ ਕਹਿੰਦੇ ਨੇ ਕਿ ਉਮਰ ਦੇ ਅਕੋਰਡਿੰਗ ਸਿੱਖਦਾ ਹੈ ਬੱਚਾ। ਉਸਦਾ ਸਟੇਜਿਸ ਦੇ ਵਿੱਚ ਉਹਨਾਂ ਨੇ ਡਿਵਾਈਡ ਕੀਤਾ ਕਿ ਇਸ ਉਮਰ ਦੇ ਵਿੱਚ ਉਸਦਾ ਇੰਨਾ ਕੁ ਵਿਕਾਸ ਹੁੰਦਾ ਹੈ ਜਾਂ ਇਸ ਤਰੀਕੇ ਨਾਲ, ਤਾਂ ਇਹ ਕੀ ਹੋਏਗਾ, ਡਿਸਕੰਟੀਨਿਊਸ ਹੋਏਗਾ। ਠੀਕ ਹੈ, ਬਟ ਅਗਰ ਇਸ ਤਰੀਕੇ ਨਾਲ ਆਪਾਂ ਇਸ ਨੂੰ ਦੇਖ ਪਾਉਂਦੇ ਤਾਂ ਇਹ ਕੰਟੀਨਿਊਸ ਹੋਣਾ ਸੀ। ਬਟ ਅਕੋਰਡਿੰਗ ਟੂ ਪਿਆਜੇ ਜੋ ਆਪਾਂ ਕੋਗਨੀਟਿਵ ਡਿਵੈਲਪਮੈਂਟ ਦੀ ਇਹਨਾਂ ਨੇ ਗੱਲ ਕੀਤੀ ਹੈ, ਉਹ ਸਟੇਜਿਸ ਦੇ ਅਕੋਰਡਿੰਗ ਹੈ, ਉਮਰ ਦੇ ਅਕੋਰਡਿੰਗ ਹੈ, ਡਿਸਕੰਟੀਨਿਊਸ ਪ੍ਰੋਸੈਸ ਹੈ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਕੰਸਟਰਕਟਿਵਿਜ਼ਮ ਦੇ ਪਿਤਾਮਾ, ਹੁਣੀ ਮੈਂ ਤੁਹਾਨੂੰ ਦੱਸਿਆ ਕਿ ਰਚਨਾਵਾਦ, ਸਿਰਜਣਾਵਾਦ, ਸੰਗਿਆਨਾਤਮਕ ਦਾ ਪਿਤਾਮਾ ਇਹਨਾਂ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਬਾਲ ਮਨੋਵਿਗਿਆਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ, ਫਾਦਰ ਆਫ ਚਾਈਲਡ ਸਾਈਕੋਲੋਜੀ। ਚਾਈਲਡ ਸਾਈਕੋਲੋਜੀ ਮਤਲਬ ਬਾਲ, ਠੀਕ ਹੈ, ਮਨੋਵਿਗਿਆਨ ਦਾ ਪਿਤਾਮਾ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਅਤੇ ਇਹ ਜੋ ਸਾਰੀਆਂ ਗੱਲਾਂ ਅੱਜ ਆਪਾਂ ਫਸਟ ਪੇਜ ਦੇ ਵਿੱਚ ਹੀ ਡਿਸਕਸ ਕਰ ਰਹੇ ਹਾਂ, ਇਹ ਸਾਰੀਆਂ ਹੀ ਬਹੁਤ ਇੰਪੋਰਟੈਂਟ ਨੇ। ਇਹਨਾਂ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੇ ਕੁਐਸਚਨ ਹੁਣ ਤੱਕ ਬਣੇ ਨੇ ਔਰ ਕਿੰਨੇ ਕੁਐਸਚਨ ਬਣ ਸਕਦੇ ਨੇ, ਕਿਉਂਕਿ ਇੱਦਾਂ ਦੇ ਹੀ ਕੁਐਸਚਨ, ਮਤਲਬ ਫਾਦਰ ਆਫ ਚਾਈਲਡ ਸਾਈਕੋਲੋਜੀ ਕੌਣ ਹਨ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਅਗਰ ਆਪਾਂ ਗੱਲ ਕਰੀਏ ਸਾਈਕੋਲੋਜਿਸਟ ਕਿਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਹੀ ਨੇ ਜੋ ਆਪਾਂ ਨੂੰ ਨੋਰਮਲ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਇਸ ਤੋਂ ਇਲਾਵਾ ਆਪਾਂ ਦੇਖ ਪਾ ਰਹੇ ਹਾਂ ਥਿਊਰੀ ਆਫ ਇਨਵੈਸਟੀਗੇਸ਼ਨ ਵੀ ਕਿਹਨਾਂ ਨੇ ਦਿੱਤੀ ਸੀ, ਔਰ ਥਿਊਰੀ ਆਫ ਫਾਰਮੇਸ਼ਨ ਵੀ ਕਿਹਨਾਂ ਨੇ ਦਿੱਤੀ ਸੀ, ਜੀਨ ਪਿਆਜੇ ਨੇ ਹੀ ਦਿੱਤੀ ਸੀ। ਔਰ ਬਿਲਕੁਲ ਜੋ ਆਪਾਂ ਲਿਟਲ ਸਾਇੰਟਿਸਟ ਵਾਲਾ ਕਨਸੈਪਟ ਉੱਪਰ ਥੋੜ੍ਹਾ ਜਿਹਾ ਸਮਝ ਰਹੇ ਸੀ, ਉਹ ਵੀ ਕਿਹਨਾਂ ਨੇ ਦਿੱਤਾ ਸੀ, ਜੀਨ ਪਿਆਜੇ ਨੇ ਹੀ ਦਿੱਤਾ ਸੀ। ਹੁਣ ਥੋੜ੍ਹਾ ਜਿਹਾ ਥਿਊਰੀ ਬਾਰੇ ਦੇਖ ਲੈਂਦੇ ਹਾਂ, ਤਾਂ ਬਿਲਕੁਲ ਉਹ ਸਾਰੀਆਂ ਚੀਜ਼ਾਂ ਸੀ ਜੋ ਆਪਾਂ ਨੂੰ ਜੀਨ ਪਿਆਜੇ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ, ਜੋ ਕਿ ਇੱਕ ਬਹੁਤ ਫੇਮਸ ਮਨੋਵਿਗਿਆਨੀ ਸੀ। ਠੀਕ ਹੈ ਜੀ, ਤਾਂ ਇੱਥੇ ਥਿਊਰੀ ਦੀ ਗੱਲ ਕਰਦੇ ਹਾਂ ਥੋੜ੍ਹੀ ਜੀ। ਉਹਨਾਂ ਨੇ ਜੋ ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ ਹੈ, ਕੋਗਨੀਟਿਵ ਦਾ ਮਤਲਬ ਕੀ ਹੋ ਗਿਆ, ਦੁਬਾਰਾ ਥੋੜ੍ਹਾ ਜਿਹਾ ਦੇਖਦੇ ਹਾਂ। ਆਪਣਾ ਜੋ ਮੈਂਟਲ ਹੋ ਗਿਆ, ਆਪਣੀ ਜੋ ਥਿੰਕਿੰਗ ਹੋ ਗਈ, ਮਤਲਬ ਇੱਕ ਤਰੀਕੇ ਨਾਲ ਉਹਨਾਂ ਨੇ ਪੂਰਾ ਇਸ ਤਰੀਕੇ ਨਾਲ ਦੱਸਿਆ ਕਿ ਆਪਣੇ ਜੋ ਦਿਮਾਗ ਦਾ ਵਿਕਾਸ ਹੈ, ਆਪਾਂ ਸੋਚਣਾ ਸ਼ੁਰੂ ਕਰਦੇ ਹਾਂ। ਠੀਕ ਹੈ, ਕਿਸ ਉਮਰ ਦੇ ਵਿੱਚ ਆਪਾਂ ਸੋਚਣਾ ਸ਼ੁਰੂ ਕਰਦੇ ਹਾਂ, ਕਿਸ ਤਰੀਕੇ ਨਾਲ ਆਪਣੇ ਮਾਈਂਡ ਦਾ ਵਿਕਾਸ ਹੁੰਦਾ ਹੈ, ਤਾਂ ਉਹਨਾਂ ਨੇ ਜ਼ਿਆਦਾ ਪ੍ਰੈਸ਼ਰ ਕਿਹਦੇ ਉੱਪਰ ਦਿੱਤਾ ਸੀ, ਐਕਟੀਵਿਟੀ ਦੇ ਉੱਪਰ ਦਿੱਤਾ ਸੀ। ਠੀਕ ਹੈ, ਫੋਰ ਐਗਜ਼ਾਮਪਲ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਪਾਂ ਮੋਸਟਲੀ ਛੋਟੇ ਬੱਚਿਆਂ ਨੂੰ ਦੇਖਦੇ ਹਾਂ ਕਿ ਜਦੋਂ ਉਹ ਬਿਲਕੁਲ ਆਪਾਂ ਕਹਿੰਦੇ ਹਾਂ ਛੋਟੀ ਉਮਰ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਕੋਈ ਵੀ ਆਪਾਂ ਟੋਏ ਲਿਆ ਕੇ ਦਿੰਦੇ ਹਾਂ ਤਾਂ ਉਹਨਾਂ ਨੂੰ ਪੂਰਾ ਖੋਲ੍ਹ ਕੇ ਉਹਦੇ ਉੱਪਰ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਐਕਸਪੈਰੀਮੈਂਟ ਮੀਨ ਟੂ ਸੇ ਕੋਈ ਵੀ ਟ੍ਰੇਨ ਹੈ, ਪੈਨ ਹੈ, ਜਿਵੇਂ ਕਿ ਮੋਸਟਲੀ ਆਪਾਂ ਵੀ ਇੱਦਾਂ ਕਰਦੇ ਸੀ ਕਿ ਛੋਟੀ ਉਮਰ ਦੇ ਵਿੱਚ ਕੋਈ ਵੀ ਆਪਾਂ ਨੂੰ ਟੋਏ ਦਿੱਤਾ ਜਾਂਦਾ ਸੀ, ਜਾਂ ਫਿਰ ਅੱਜ ਦੇ ਬੱਚੇ ਨੂੰ ਕੋਈ ਵੀ ਆਪਾਂ ਦੇਖਦੇ ਹਾਂ ਖਿਡੌਣਾ ਜਾਂ ਹੋਰ, ਉਸ ਨੂੰ ਖੋਲ੍ਹ ਕੇ ਪੂਰਾ ਉਸ ਦਾ ਐਕਸਪੈਰੀਮੈਂਟ ਆਪਾਂ ਕਹਿ ਦਿੰਦੇ ਹਾਂ ਕਿ ਪੂਰੀ ਇਸ ਦੀ ਜਾਂਚ ਪੜਤਾਲ, ਇਸ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਨੇ, ਪੂਰਾ ਉਸ ਨੂੰ ਖੋਲ੍ਹ ਕੇ ਉਸ ਨੂੰ ਆਪਾਂ ਖਰਾਬ ਨਹੀਂ ਕਹਿ ਸਕਦੇ, ਮਤਲਬ ਤੋੜ ਕੇ ਉਸ ਨੂੰ ਪ੍ਰੋਪਰਲੀ ਆਪਣੀ ਆਉਣ ਦੇ ਵਿੱਚ ਤਾਂ ਉਹ ਬਹੁਤ ਕੁਛ ਦੇਖ ਰਹੇ ਸੀ ਕਿ ਇਸ ਦੇ ਵਿੱਚ ਇਹ ਕੀ ਕੁਛ ਹੈ ਔਰ ਕਿਸ ਤਰੀਕੇ ਨਾਲ ਇਹ ਕੰਮ ਕਰਦਾ। ਮਤਲਬ ਉਹ ਕਿਤੇ ਨਾ ਕਿਤੇ ਆਪਣੇ ਐਕਸਪੀਰੀਅੰਸਿਸ ਨੇ ਉਹਦੇ ਨਾਲ ਹੀ ਸਿੱਖ ਰਹੇ ਸੀ, ਆਪਣੇ ਹੀ ਅਨੁਭਵਾਂ ਨਾਲ ਸਿੱਖ ਰਹੇ ਸੀ, ਆਪਣੀਆਂ ਹੀ ਐਕਟੀਵਿਟੀਜ਼ ਨਾਲ ਸਿੱਖ ਰਹੇ ਸੀ। ਇਹੀ ਕਾਰਨ ਹੈ ਕਿ ਜਿਸੇ ਕਾਰਨ ਜੀਨ ਪਿਆਜੇ ਉਹਨਾਂ ਨੂੰ ਲਿਟਲ ਸਾਇੰਟਿਸਟ, ਮਤਲਬ ਆਪਣੇ ਗਿਆਨ ਦਾ ਵਿਕਾਸ ਉਹ ਖੁਦ ਕਰ ਰਹੇ ਸੀ। ਠੀਕ ਹੈ, ਉਹਨਾਂ ਨੂੰ ਲਿਟਲ ਸਾਇੰਟਿਸਟ ਕਿਹਾ ਗਿਆ। ਠੀਕ ਹੈ, ਅਤੇ ਉਹਨਾਂ ਨੇ ਇਹਦੇ ਵਿੱਚ ਇੰਪੋਰਟੈਂਸ ਕਿਹਦੀ ਦਿੱਤੀ, ਐਕਟੀਵਿਟੀਜ਼, ਮਤਲਬ ਬੱਚਾ ਐਕਟੀਵਿਟੀਜ਼ ਦੇ ਨਾਲ ਸਿੱਖਦਾ ਹੈ, ਇੱਕ ਉਮਰ ਦੇ ਅਕੋਰਡਿੰਗ ਸਿੱਖਦਾ ਹੈ। ਅਗਰ ਆਪਾਂ ਵਾਈਗੋਸਕੀ ਨੂੰ ਦੇਖੀਏ ਤਾਂ ਉਹਨਾਂ ਨੇ ਕਿਹਾ ਸੀ ਕਿ ਬੱਚਾ ਸਮਾਜਿਕ ਅੰਤਰਕਿਰਿਆਵਾਂ ਤੋਂ ਸਿੱਖਦਾ, ਬਟ ਇੱਥੇ ਗੱਲ ਕਿਹਦੀ ਕੀਤੀ ਹੈ, ਜੀਨ ਪਿਆਜੇ ਨੇ ਹੈਰੀਡਿਟੀ ਨੂੰ ਮੇਨ ਇੰਪੋਰਟੈਂਸ ਦਿੱਤੀ ਹੈ। ਠੀਕ ਹੈ, ਤਾਂ ਦੋਨਾਂ ਵਿੱਚ ਜੋ ਕੰਪੈਰੀਜ਼ਨ ਹੈ ਉਹ ਨਾਲ ਨਾਲ ਆਪਣਾ ਲੈ ਕੇ ਚੱਲੋ। ਠੀਕ ਹੈ, ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਇਹ ਥਿਊਰੀ ਵੀ ਆਪਣੇ ਪ੍ਰੋਪਰਲੀ, ਕਿਉਂਕਿ ਇਹਦੇ ਵਿੱਚ ਪਤਾ ਕੀ ਹੁੰਦਾ, ਕੁਐਸਚਨ ਜਦੋਂ ਆਪਾਂ ਐਗਜ਼ਾਮ ਦੇ ਵਿੱਚ ਦੇਖਦੇ ਹਾਂ, ਐਗਜ਼ਾਮ ਦਾ ਜੋ ਮਾਹੌਲ ਹੁੰਦਾ ਉਹਦੇ ਅਕੋਰਡਿੰਗ ਆਪਾਂ ਨੋ ਡਾਊਟ ਕਿ ਆਪਾਂ ਥੋੜ੍ਹੇ ਬਹੁਤ ਕਨਫਿਊਜ਼ ਹੋ ਜਾਂਦੇ ਹਾਂ ਕਿ ਇਹ ਗੱਲ ਵਾਈਗੋਸਕੀ ਦੁਆਰਾ ਕਹੀ ਗਈ ਸੀ ਜਾਂ ਪਿਆਜੇ ਦੁਆਰਾ ਕਹੀ ਗਈ ਸੀ ਜਾਂ ਬਰੂਨਰ ਦੁਆਰਾ ਕਹੀ ਗਈ ਸੀ, ਤਾਂ ਉੱਥੇ ਕਨਫਿਊਜ਼ਨ, ਕਿਉਂਕਿ ਉਸ ਮਾਹੌਲ ਦੇ ਅਕੋਰਡਿੰਗ ਕਿਤੇ ਨਾ ਕਿਤੇ ਆਪਣੇ ਮਾਈਂਡ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ, ਤਾਂ ਕਨਫਿਊਜ਼ਨ ਬਣਨੀ ਆਮ ਜਿਹੀ ਗੱਲ ਹੈ।
ਤਾਂ ਇਹਨਾਂ ਦੋਨੋਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਕੇ ਪੜ੍ਹੋ ਜਦੋਂ ਵੀ ਪੜ੍ਹੋਗੇ, ਤੁਹਾਡਾ ਕੋਈ ਵੀ ਡਾਊਟ ਤੁਹਾਡੇ ਮਾਈਂਡ ਦੇ ਵਿੱਚ ਨਹੀਂ ਰਹੇਗਾ। ਕਲੀਅਰ। ਨੈਕਸਟ ਅੱਗੇ ਵੱਧਦੇ ਹਾਂ, ਉਹਨਾਂ ਦੀਆਂ ਬੁੱਕਸ ਦੇਖ ਲੈਂਦੇ ਹਾਂ। ਬੁੱਕਸ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਸਭ ਤੋਂ ਪਹਿਲੀ ਬੁੱਕ ਦਾ ਆਪਾਂ ਵਾਈਗੋਸਕੀ ਦੇ ਬਾਰੇ ਵੀ ਦੇਖਿਆ ਸੀ। ਦੇਖੋ ਸਭ ਤੋਂ ਪਹਿਲੀ ਬੁੱਕ ਦਾ ਨੇਮ ਹੀ ਤੁਹਾਡੇ ਸਾਹਮਣੇ ਕੀ ਲਿਖਿਆ ਹੋਇਆ, ਦ ਲੈਂਗੁਏਜ ਐਂਡ ਥੋਟ ਆਫ ਦ ਚਾਈਲਡ। ਹੁਣ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਜੋ ਵਾਈਗੋਸਕੀ ਦੀ ਬੁੱਕ ਸੀ ਉਹਦੇ ਵਿੱਚ ਦ ਥੋਟ ਐਂਡ ਲੈਂਗੁਏਜ ਸੀ, ਠੀਕ ਹੈ। ਬਟ ਜੋ ਪਿਆਜੇ ਦੀ ਬੁੱਕ ਆਪਾਂ ਪੜ੍ਹ ਰਹੇ ਹਾਂ ਉਹਦੇ ਵਿੱਚ ਲੈਂਗੁਏਜ ਐਂਡ ਥੋਟ ਹੈ। ਬਟ ਦੇਖੋ ਇਹਦੇ ਵਿੱਚ ਕੀ ਚੀਜ਼ ਹੈ, ਚਾਹੇ ਉਹਨਾਂ ਦੀ ਬੁੱਕ ਦਾ ਨਾਮ, ਜੀਨ ਪਿਆਜੇ ਦੀ ਬੁੱਕ ਦਾ ਨਾਮ ਲੈਂਗੁਏਜ ਐਂਡ ਥੋਟ ਹੈ, ਬਟ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਵਿਚਾਰ ਹੈ, ਉਸ ਤੋਂ ਬਾਅਦ ਬੱਚੇ ਭਾਸ਼ਾ ਨੂੰ ਉਹ ਕਰਦੇ ਹਨ, ਕਿ ਪਹਿਲਾਂ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦੇ ਹਨ, ਉਸ ਤੋਂ ਬਾਅਦ ਉਹਨਾਂ ਦੇ ਭਾਸ਼ਾ ਦਾ ਵਿਕਾਸ ਹੁੰਦਾ ਹੈ। ਤਾਂ ਮਤਲਬ ਉਹਨਾਂ ਨੇ ਫਸਟ ਗੱਲ ਕਿਹਦੀ ਕੀਤੀ ਸੀਗੀ, ਵਿਚਾਰਾਂ ਦੀ ਕੀਤੀ ਸੀ। ਆਫਟਰ ਦੈਟ ਸੈਕਿੰਡ ਉਹਨਾਂ ਨੇ ਕਿਹਨੂੰ ਰੱਖਿਆ ਸੀ, ਲੈਂਗੁਏਜ ਨੂੰ ਰੱਖਿਆ ਸੀ। ਬਟ ਵਾਈਗੋਸਕੀ ਇਹਦੇ ਵਿੱਚ ਬਿਲਕੁਲ ਉਲਟ ਕਰਦੇ ਨਜ਼ਰ ਆਉਂਦੇ ਨੇ। ਵਾਈਗੋਸਕੀ ਦੇ ਵਿੱਚ ਆਪਾਂ ਦੇਖਦੇ ਹਾਂ ਦ ਥੋਟ ਐਂਡ ਲੈਂਗੁਏਜ, ਔਰ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਪਹਿਲਾਂ ਲੈਂਗੁਏਜ ਦਾ ਵਿਕਾਸ ਹੁੰਦਾ, ਫਿਰ ਉਸ ਤੋਂ ਬਾਅਦ ਵਿਚਾਰਾਂ ਦਾ, ਠੀਕ ਹੈ। ਇਹ ਦੋਨੋਂ ਚੀਜ਼ਾਂ ਆਪਣੇ ਕਨਫਿਊਜ਼ ਨਹੀਂ ਹੋਣਾ, ਇਹਦੇ ਵਿੱਚ ਬਿਲਕੁਲ ਹੀ ਇੰਪੋਰਟੈਂਟ ਵੀ ਹੈ ਇਹ ਕੁਐਸਚਨ। ਸੈਕਿੰਡ ਅਗਰ ਆਪਾਂ ਦੇਖੀਏ, ਸੈਕਿੰਡ ਇਜ਼ ਆਲਸੋ ਇੰਪੋਰਟੈਂਟ। ਸੈਕਿੰਡ ਦੇ ਵਿੱਚ ਅਗਰ ਆਪਾਂ ਦੇਖੀਏ ਦ ਮੋਰਲ ਜਜਮੈਂਟ ਆਫ ਦ ਚਾਈਲਡ, ਠੀਕ ਹੈ ਜੀ। ਦ ਮੋਰਲ ਜਜਮੈਂਟ ਆਫ ਦ ਚਾਈਲਡ ਵੀ ਇੱਕ ਇੰਪੋਰਟੈਂਟ ਬੁੱਕ ਹੈ। ਥਰਡ ਅਗਰ ਆਪਾਂ ਦੇਖ ਪਾ ਰਹੇ ਹਾਂ ਦ ਸਾਈਕੋਲੋਜੀ ਆਫ ਇੰਟੈਲੀਜੈਂਸ, ਇਹ ਬੁੱਕ ਵੀ ਉਹਨਾਂ ਦੁਆਰਾ ਦਿੱਤੀ ਗਈ ਸੀ, ਜੀਨ ਪਿਆਜੇ ਦੁਆਰਾ। ਦ ਰੀਜ਼ਨ ਆਫ ਇੰਟੈਲੀਜੈਂਸ ਇਨ ਚਿਲਡਰਨ, ਦ ਚਿਲਡਰਨਸ ਕੰਸੈਪਸ਼ਨ ਆਫ ਦ ਵਰਡ, ਠੀਕ ਹੈ ਜੀ। ਇਸ ਤੋਂ ਇਲਾਵਾ ਦ ਅਰਲੀ ਗਰੋਥ ਆਫ ਦ ਲੌਜਿਕ ਇਨ ਦ ਵਰਡ ਔਰ ਦ ਕੰਸਟਰਕਸ਼ਨ ਆਫ ਰਿਐਲਿਟੀ ਇਨ ਦ ਚਾਈਲਡ। ਇਹ ਸਾਰੇ ਬੁੱਕਸ ਦੇ ਨਾਮ ਨੇ ਜੋ ਕਿਹਨਾਂ ਦੁਆਰਾ ਲਿਖੀਆਂ ਗਈਆਂ ਸੀ, ਜੀਨ ਪਿਆਜੇ ਦੁਆਰਾ। ਕਲੀਅਰ। ਇੱਥੋਂ ਤੱਕ ਬਿਲਕੁਲ ਬੇਸਿਕ ਜੀ ਚੀਜ਼ ਹੈ, ਸਭ ਕੁਝ ਕਲੀਅਰ ਹੋਏਗਾ। ਤਾਂ ਹੁਣ ਥਿਊਰੀ ਕਰਨ ਤੋਂ ਪਹਿਲਾਂ ਥੋੜ੍ਹਾ ਬਹੁਤ ਆਪਾਂ ਨੂੰ ਇਹ ਆਈਡੀਆ ਹੋਣਾ ਚਾਹੀਦਾ ਸੀ ਕਿ ਜੀਨ ਪਿਆਜੇ ਨੇ ਕਿਹਾ ਕੀ ਹੈ ਥਿਊਰੀ ਦੇ ਵਿੱਚ, ਔਰ ਉਹ ਆਪਾਂ ਨੂੰ ਕਲੀਅਰ ਹੋ ਗਿਆ। ਅਗਰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਦਿਓ, ਜੋ ਗਰੁੱਪ ਦੇ ਵਿੱਚ ਮੈਸੇਜ ਕਰ ਦਿਓ, ਵੀ ਵਿਲ ਡਿਸਕਸ, ਠੀਕ ਹੈ ਜੀ। ਚਲੋ ਹੁਣ ਅੱਗੇ ਥੋੜ੍ਹਾ ਜਿਹਾ ਵੱਧਦੇ ਹਾਂ। ਇਹਨਾਂ ਦੇ 4 ਫੈਕਟਰਸ ਜੋ ਬਹੁਤ ਇੰਪੋਰਟੈਂਟ ਸੀ ਉਹਨਾਂ ਬਾਰੇ ਗੱਲ ਕਰਦੇ ਹਾਂ। 4 ਇੰਪੋਰਟੈਂਟ ਫੈਕਟਰ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ ਇੰਪੋਰਟੈਂਟ ਨੇ, ਮਤਲਬ ਉਹਨਾਂ ਦੀ ਥਿਊਰੀ ਦੇ ਅਕੋਰਡਿੰਗ। ਸਭ ਤੋਂ ਪਹਿਲਾਂ ਤੁਸੀਂ ਦੇਖ ਪਾ ਰਹੇ ਹੋ ਮੈਚੂਰੇਸ਼ਨ। ਵਟ ਇਜ਼ ਦਾ ਮੀਨਿੰਗ ਆਫ ਮੈਚੂਰੇਸ਼ਨ? ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਪਰਿਪੱਕਤਾ। ਮੈਚੂਰੇਸ਼ਨ ਕੀ ਹੁੰਦੀ ਹੈ, ਪਰਿਪੱਕਤਾ ਕੀ ਹੁੰਦੀ ਹੈ? ਅਗਰ ਆਪਾਂ ਕਿਸੇ 5th ਕਲਾਸ ਦੇ ਬੱਚੇ ਨੂੰ 12th ਕਲਾਸ ਦੀ ਸਾਇੰਸ ਦੇ ਦਈਏ ਜਾਂ ਫਿਰ 12th ਕਲਾਸ ਦਾ ਮੈਥਮੈਟਿਕਸ ਦੇ ਦਈਏ ਕਿ ਚਲੋ ਜਿਓਮੈਟਰੀ ਸੋਲਵ ਕਰੋ ਬੈਠ ਕੇ ਜਾਂ ਕੁਛ ਵੀ, ਠੀਕ ਹੈ, ਜਿਓਮੈਟਰੀ ਸੋਲਵ ਕਰੋ ਬੈਠ ਕੇ, ਜਿਓਮੈਟਰੀ ਮਿੰਟੂ ਸੇ ਜੋ ਹਾਈਪਰਬੋਲਾ ਪੈਰਾਬੋਲਾ, ਤਾਂ ਕੀ ਉਹ ਕਰ ਸਕਣਗੇ? ਨਹੀਂ ਕਰ ਸਕਣਗੇ। ਅਗਰ ਆਪਾਂ ਕਿਸੇ ਇੱਦਾਂ ਦੇ ਬੱਚੇ ਨੂੰ ਜਿਹਨੇ ਹਾਲੇ ਸਿਰਫ ਤੁਰਨਾ ਵੀ ਨਹੀਂ ਸਿੱਖਿਆ, ਮਤਲਬ ਉਹ ਹਾਲੇ ਥੋੜ੍ਹਾ ਬਹੁਤ ਬੈਠਣਾ ਹੀ ਉਸਨੇ ਸ਼ੁਰੂ ਕੀਤਾ, ਆਪਾਂ ਉਸਦੇ ਕੋਲ ਸਾਈਕਲ ਲੈ ਆਈਏ ਔਰ ਸਾਈਕਲ ਉਸਨੂੰ ਕਹੀਏ ਕਿ ਚਲੋ ਚਲਾ ਕੇ, ਉਹ ਚਲਾ ਸਕੇਗਾ? ਨਹੀਂ ਚਲਾ ਸਕੇਗਾ। ਇਸ ਦਾ ਕਾਰਨ ਕੀ ਹੈ ਕਿ ਹਾਲੇ ਉਹ ਬੱਚਾ ਇੰਨਾ ਮੈਚਿਓਰ ਹੀ ਨਹੀਂ ਹੋਇਆ ਕਿ ਉਹ ਵਾਲੀ ਐਕਟੀਵਿਟੀਜ਼ ਕਰ ਸਕੇ ਜੋ ਆਪਾਂ, ਮਤਲਬ ਸਿੰਪਲ ਸ਼ਬਦਾਂ ਵਿੱਚ ਕੋਈ ਵੀ ਐਕਟੀਵਿਟੀ ਜਾਂ ਕੁਛ ਵੀ ਕਰਨ ਲਈ ਬੱਚੇ ਦਾ ਮੈਚਿਓਰ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਮੈਚਿਓਰ ਮੀਨ ਟੂ ਸੇ, ਹੁਣ ਬੱਚੇ ਦਾ ਮੈਂ 12th ਅਤੇ 5th ਕਲਾਸ ਦੀ ਐਗਜ਼ਾਮਪਲ ਲਈ ਸੀ ਕਿ 5th ਕਲਾਸ ਦਾ ਬੱਚਾ 12th ਕਲਾਸ ਦੇ ਕੁਐਸਚਨਸ ਨੂੰ ਸੋਲਵ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਉਸਦਾ ਹਾਲੇ ਦਿਮਾਗ ਓਨਾ ਮੈਚਿਓਰ ਨਹੀਂ ਹੋਇਆ, ਠੀਕ ਹੈ। ਉਹ ਬੱਚਾ ਜਿਹਨੇ ਹਾਲੇ ਤੁਰਨਾ ਵੀ ਨਹੀਂ ਸਿੱਖਿਆ, ਹਾਲੇ ਸਿਰਫ ਬੈਠਣ ਲੱਗਿਆ ਹੈ, ਉਹ ਸਾਈਕਲ ਨਹੀਂ ਚਲਾ ਸਕਦਾ ਕਿਉਂਕਿ ਉਸਦੇ ਲੈਗਸ, ਉਸਦੇ ਆਰਮਸ ਹਾਲੇ ਉਨੇ ਮੈਚਿਓਰ ਨਹੀਂ ਹੋਏ। ਕਲੀਅਰ ਹੈ ਇਹ ਚੀਜ਼, ਠੀਕ ਹੈ ਜੀ। तो बिल्कुल बेसिक जी चीज़ है मैचूरेशन, मतलब किते ना किते आप बायोलॉजिकल मतलब अपना शरीर उन्ना क मैच्योर होना चाहिए, ठीक है। इसलिए जो पियाजे ने उन्होंने अपना प्रॉपरली स्टेजेस के विच डिवाइड करके प्रॉपरली एक्सप्लेन किया कि इस उम्र के विच बच्चे का इस तरीके नाल विकास होंदा है, कोग्निटिव डेवलपमेंट इस उम्र के विच इन्ना होंदा है, ठीक है। तो होर एक चीज़ उन्होंने मैचूरेशन मतलब जिन्ने का मैच्योर बच्चा है उस अकॉर्डिंग उन्होंने दस्या है। तो बायोलॉजिकली बच्चा की होना चाहिए, मैच्योर होना चाहिए जो एक्टिविटी आप उन्होंने करने लई कह रहे हैं उसके लिए। और उन्होंने एक होर इंपॉर्टेंट चीज़ आप कह सकते हैं कि रेडीनेस टू लर्न, ठीक है। अगर रेडीनेस टू लर्न की गल करिए तो यह भी एक इंपॉर्टेंट जी आप वर्ड बोल सकते हैं, जो लाइन बोल सकते हैं। रेडीनेस टू लर्न का मतलब क्या होंगे कि सीखने लिए तैयार होना। सीखने लिए तैयार होने का मतलब की हो गया कि बच्चा मैच्योर है, बच्चा सही है, बच्चे की जो अगर वो साइकिल चला रहे तो बच्चे इन्ना हथ पैर उसके इन्ने वधिया मतलब मैच्योर हैं कि उस चला सकता है, ठीक है। अगर उसमें आप 12 मतलब उसका माइंड इन्ना मैच्योर है कि वो कर सकता है, ठीक है। मैच्योरिटी बायोलॉजिकल शारीरिक की अगर आप गल करिए कि शरीर आप उस शारीरिक पक्षों आप उस तरीके लिए तैयार होने चाहिए, उस एक्टिविटी लिए तैयार होने चाहिए। रेडीनेस टू लर्न मतलब तैयार होना सीखने लिए, ठीक है। तो बिल्कुल इतने बायोलॉजिकल मैच्योर की गल की गई सी। सैकेंड पॉइंट जो बहुत इंपॉर्टेंट है उन्होंने द्वारा दस्या गया है विच इज़ एक्सपीरियंस। एक्सपीरियंस तो आपको सबनों पता है, अनुभव, ठीक है। सैकेंडली उन्होंने गल की सी जीन पियाजे ने अनुभव की कि बच्चा जो अपना विज्ञान का विकास है, अपना कोग्निटिव डेवलपमेंट है, वो किस तरीके नाल करता है, अपनी एक्टिविटीज़ तो सीख के करता है। हुण जिवें मैं तुहाडे नाल बिल्कुल फर्स्ट पेज से तुहाडे नाल एक एग्जाम्पल शेयर की सी कि बच्चा जो छोटी उम्र के होंगे तो टॉयज़ नूं खोल दिंदा है, ठीक है। टॉयज़ नूं खोल के उससे बहुत सारे मतलब देख के उसके अंदर अगर कोई कार है, ठीक है,
ਔਰ ਰਿਮੋਟ ਨਾਲ ਚੱਲ ਰਿਹਾ, ਆਪਾਂ ਮੋਸਟਲੀ ਆਮ ਇਹ ਚੀਜ਼ ਦੇਖਦੇ ਹਾਂ ਕਿ ਉਹ ਬੱਚੇ ਉਸ ਨੂੰ ਖੋਲ੍ਹ ਦਿੰਦੇ ਅਤੇ ਦੇਖਦੇ ਕਿ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਠੀਕ ਹੈ। ਇਹ ਆਮ ਹੀ ਆਪਾਂ ਨੂੰ ਬੱਚੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਮਤਲਬ ਕਿਤੇ ਨਾ ਕਿਤੇ ਉਹ ਬਹੁਤ ਸਾਰੇ ਐਕਟੀਵਿਟੀਜ਼ ਕਰ ਰਹੇ ਨੇ, ਐਕਟੀਵਿਟੀਜ਼ ਤੋਂ ਉਹਨਾਂ ਨੂੰ ਐਕਸਪੀਰੀਅੰਸ ਮਿਲ ਰਿਹਾ, ਉਸ ਤੋਂ ਉਹ ਸਿੱਖ ਰਹੇ ਨੇ, ਠੀਕ ਹੈ। ਜਿਹਦੇ ਕਰਕੇ ਉਹਨਾਂ ਨੂੰ ਲਿਟਲ ਸਾਇੰਟਿਸਟ ਦਾ ਵੀ ਨਾਮ ਦਿੱਤਾ ਗਿਆ। ਬਾਰ-ਬਾਰ ਬੋਲ ਰਹੀ ਹਾਂ, ਭੁੱਲਿਓ ਨਾ, ਠੀਕ ਹੈ ਜੀ। ਐਕਸਪੀਰੀਅੰਸ ਮਤਲਬ ਅਨੁਭਵ, ਮਤਲਬ ਬੱਚਾ ਆਪਣੇ ਅਨੁਭਵਾਂ ਨਾਲ ਸਿੱਖਦਾ ਹੈ। ਆਪਣੀ ਐਕਟੀਵਿਟੀਜ਼ ਕਰਨ ਤੋਂ ਬਾਅਦ ਜੋ ਉਸ ਨੂੰ ਅਨੁਭਵ ਮਿਲਦੇ ਨੇ, ਉਸ ਤੋਂ ਕਾਫੀ ਕੁਝ ਉਸ ਨੂੰ ਸਿੱਖਣ ਨੂੰ ਮਿਲਦਾ, ਨੋ ਡਾਊਟ। ਥਰਡ ਅਗਰ ਆਪਾਂ ਦੇਖੀਏ, ਥਰਡ ਆਪਾਂ ਦੇਖ ਰਹੇ ਹਾਂ ਸੋਸ਼ਲ ਇੰਟਰੈਕਸ਼ਨ। ਸੋਸ਼ਲ ਇੰਟਰੈਕਸ਼ਨ ਦੀ ਜ਼ਿਆਦਾ ਗੱਲ ਕਿਹਨਾਂ ਦੁਆਰਾ ਕੀਤੀ ਗਈ ਸੀ? ਵਾਈਗੋਸਕੀ ਦੁਆਰਾ, ਬਟ ਇੱਕ ਫੈਕਟਰ ਇਹਦੇ ਵਿੱਚ ਵੀ ਉਹਨਾਂ ਨੇ ਰੱਖਿਆ, ਠੀਕ ਹੈ। ਥੋੜ੍ਹਾ ਬਹੁਤ ਸੋਸ਼ਲ ਨਾਲ ਲੈਸ ਇੰਪੋਰਟੈਂਟ ਆਪਾਂ ਦੇਖੋ, ਇਹਦੇ ਵਿੱਚ ਉਹਨਾਂ ਨੇ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਇਸ ਚੀਜ਼ ਨੂੰ, ਸੋਸ਼ਲ ਇੰਟਰੈਕਸ਼ਨ ਨੂੰ, ਠੀਕ ਹੈ। ਬਟ ਜ਼ਰੂਰ ਆਪਾਂ ਕਹਾਂਗੇ ਕਿ ਹਾਂਜੀ ਸਮਾਜ ਨਾਲ ਅੰਤਰ ਕਿਰਿਆਵਾਂ ਕਰਕੇ ਵੀ ਸਿੱਖਦਾ ਹੈ, ਬਟ ਇੰਨਾ ਜ਼ਿਆਦਾ ਇੰਪੋਰਟੈਂਟ ਇਸ ਚੀਜ਼ ਨੂੰ ਨਹੀਂ ਰੱਖਿਆ ਗਿਆ। ਫੋਰਥ ਅਗਰ ਗੱਲ ਕਰੀਏ ਇਕੁਲਿਬਰੀਅਮ। ਹੁਣ ਇਕੁਲਿਬਰੀਅਮ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੀ ਜੀਨ ਪਿਆਜੇ ਦੀ ਥਿਊਰੀ ਦੇ ਵਿੱਚ, ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦੇ ਵਿੱਚ, ਕਿ ਬਹੁਤ ਸਾਰੇ ਕੁਐਸਚਨ ਇਸ ਦੇ ਵਿੱਚ ਬਣ ਜਾਂਦੇ ਨੇ। ਇਕੁਲਿਬਰੀਅਮ ਮਤਲਬ ਬੈਲੈਂਸ ਬਣਨਾ, ਮਤਲਬ ਜਦੋਂ ਫੋਰ ਐਗਜ਼ਾਮਪਲ ਆਪਾਂ ਬੱਚੇ ਦੇ ਸਾਹਮਣੇ ਕੋਈ ਵੀ ਇੱਕ ਨਵੀਂ ਚੀਜ਼ ਲੈ ਕੇ ਆਉਂਦੇ ਹਾਂ, ਜਦੋਂ ਬੈਲੈਂਸ ਦਾ ਮਤਲਬ ਕੀ ਹੁੰਦਾ ਕਿ ਆਪਣੇ ਮਨ ਦੇ ਵਿੱਚ ਕੋਈ ਵੀ ਡਾਊਟ ਨਹੀਂ ਆ, ਆਪਣੇ ਅੰਦਰ ਦਾ ਮਾਈਂਡ ਜੋ ਹੈ ਔਰ ਆਪਣੇ ਬਾਹਰ ਦੀ ਜੋ ਆਪਾਂ ਦੇਖ ਰਹੇ ਹਾਂ ਦੁਨੀਆ, ਦੋਨਾਂ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਕੋਈ ਵੀ ਡਾਊਟ ਨਹੀਂ ਆ, ਪਰ ਪ੍ਰੋਪਰਲੀ ਬੈਲੈਂਸ ਦੇ ਵਿੱਚ ਹੈਗੇ ਆ, ਠੀਕ ਹੈ। ਹੁਣ ਅਗਰ ਮੈਂ ਤੁਹਾਨੂੰ ਕਹਾਂ ਕਿ ਮੈਨੇ ਕੋਈ ਨਵੀਂ ਚੀਜ਼ ਹੈ ਜੋ ਕਦੇ ਨਹੀਂ ਦੇਖੀ, ਅਗਰ ਮੈਂ ਇੱਕਦਮ ਉਸ ਨੂੰ ਦੇਖਦੀ ਹਾਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਕੀ ਹੋਏਗਾ? ਬੈਲੈਂਸ ਨਹੀਂ ਹੋਏਗਾ, ਕਿਉਂਕਿ ਅਗਰ ਕੋਈ ਆਊਟਰ ਸੁਸਾਇਟੀ, ਫੋਰ ਐਗਜ਼ਾਮਪਲ ਸਮਾਜ ਦੇ ਵਿੱਚ ਮੈਂ ਕੁਛ ਵੀ ਇੱਦਾਂ ਦਾ ਦੇਖਦੀ ਹਾਂ, ਠੀਕ ਹੈ, ਲਾਈਕ ਕੋਈ ਨਿਊ ਪ੍ਰੋਡਕਟ ਲਗਾ ਲਓ, ਜੋ ਕੁਛ ਵੀ, ਠੀਕ ਹੈ, ਜਿਹਨੂੰ ਦੇਖ ਕੇ ਮੈਂ ਕੀ ਹੋ ਜਾਂਦੀ ਹਾਂ? ਕਨਫਿਊਜ਼ ਹੋ ਜਾਂਦੀ ਹਾਂ, ਜਿਹਦੇ ਲਈ ਮੇਰੇ ਮਾਈਂਡ ਦੇ ਵਿੱਚ ਡਾਊਟਸ ਨੇ, ਠੀਕ ਹੈ, ਬਹੁਤ ਸਾਰੇ ਕਿ ਇਹ ਕਿਸ ਤਰੀਕੇ ਨਾਲ ਹੈ ਜਾਂ ਕਿੱਦਾਂ, ਠੀਕ ਹੈ। ਤਾਂ ਬਹੁਤ ਸਾਰੇ ਡਾਊਟਸ ਨੇ, ਮਤਲਬ ਉੱਥੇ ਮੈਂ ਬੈਲੈਂਸ ਨਹੀਂ, ਉੱਥੇ ਮੈਂ ਇਕੁਲਿਬਰੀਅਮ ਦੀ ਕੰਡੀਸ਼ਨ 'ਚ ਨਹੀਂ ਹਾਂ। ਇਕੁਲਿਬਰੀਅਮ ਨੂੰ ਸਮਝਣ ਲਈ ਆਪਾਂ ਨੂੰ ਪ੍ਰੋਪਰਲੀ ਸਟੱਡੀ ਕਰਨਾ ਪਏਗਾ ਸਕੀਮਾ ਨੂੰ। ਸਕੀਮਾ ਤੋਂ ਬਾਅਦ ਆਪਾਂ ਦੇਖਾਂਗੇ ਕਿ ਅਕਮੋਡੇਸ਼ਨ ਕੀ ਹੁੰਦਾ ਹੈ, ਠੀਕ ਹੈ, ਅਸਿਮਿਲਾਈਜੇਸ਼ਨ ਕੀ ਹੁੰਦਾ ਹੈ, ਉਹ ਸਭ ਕੁਝ ਅਗਰ ਆਪਾਂ ਸਮਝਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਇਕੁਲਿਬਰੀਅਮ ਦੇ ਲਈ ਕੋਈ ਵੀ ਡਾਊਟ ਨਹੀਂ ਰਹੇਗਾ, ਠੀਕ ਹੈ। ਇੱਕ ਵਾਰੀ ਆਪਾਂ ਲੈ ਕੇ ਚੱਲਦੇ ਹਾਂ ਕਿ ਇਕੁਲਿਬਰੀਅਮ ਕੀ ਹੁੰਦਾ? ਬੈਲੈਂਸ ਬਣਨਾ, ਕਿ ਆਪਣੇ ਮਾਈਂਡ ਦੇ ਵਿੱਚ ਜੋ ਵੀ ਆਪਾਂ ਸਿੱਖ ਰਹੇ ਹਾਂ ਉਹਦੇ ਲਈ ਕੋਈ ਡਾਊਟ ਨਹੀਂ ਹੋਣਾ ਚਾਹੀਦਾ, ਇੱਕ ਬੈਲੈਂਸ ਹੋਣਾ ਚਾਹੀਦਾ ਪ੍ਰੋਪਰਲੀ, ਠੀਕ ਹੈ। ਪਰ ਇਸ ਨੂੰ ਆਪਾਂ ਹੋਰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਹੁਣ ਸਟੱਡੀ ਕਰਨ ਲੱਗੇ ਹਾਂ, ਠੀਕ ਹੈ। ਅਗਰ ਆਪਾਂ ਗੱਲ ਕਰੀਏ, ਦੇਖੋ ਬੈਲੈਂਸ ਇਕੁਲਿਬਰੀਅਮ ਨੂੰ ਮੈਂ ਦੋ ਪਾਰਟਸ ਦੇ ਵਿੱਚ ਇੱਥੇ ਡਿਵਾਈਡ ਕੀਤਾ ਹੋਇਆ, ਅਡੈਪਟੇਸ਼ਨ ਔਰ ਆਰਗੇਨਾਈਜੇਸ਼ਨ। ਅਡੈਪਟੇਸ਼ਨ ਦਾ ਮਤਲਬ ਕੀ ਹੁੰਦਾ? ਅਡੈਪਟ ਕਰਨਾ, ਠੀਕ ਹੈ। ਉਸ ਨੂੰ ਅੱਗੇ ਆਪਾਂ ਅਕਮੋਡੇਸ਼ਨ ਅਤੇ ਅਸਿਮਿਲਾਈਜੇਸ਼ਨ ਦੀ ਬਹੁਤ ਡਿਟੇਲ ਦੇ ਵਿੱਚ ਹੁਣ ਆਪਾਂ ਪੜ੍ਹਾਂਗੇ, ਇੱਕ ਵਾਰੀ ਇਸ ਨੂੰ ਇੱਦਾਂ ਹੀ ਰੱਖ ਲੈਂਦੇ ਹਾਂ। ਅੱਗੇ ਗੱਲ ਕਰੀਏ ਆਰਗੇਨਾਈਜੇਸ਼ਨ ਦੀ, ਤਾਂ ਆਰਗੇਨਾਈਜ਼ ਕਰਨਾ ਪ੍ਰੋਪਰਲੀ, ਠੀਕ ਹੈ। ਆਰਗੇਨਾਈਜ਼ ਦਾ ਮਤਲਬ ਇੱਕ ਤਰੀਕੇ ਨਾਲ ਆਪਾਂ ਸਕੀਮਾ ਤੋਂ ਲੈ ਸਕਦੇ ਹਾਂ। ਆਰਗੇਨਾਈਜ਼ ਕਰਨਾ ਮਤਲਬ ਕਿਸ ਤਰੀਕੇ ਨਾਲ ਆਪਾਂ ਆਪਣੀ, ਫੋਰ ਐਗਜ਼ਾਮਪਲ ਹੁਣ ਆਪਾਂ ਨੂੰ ਪਤਾ ਹੈ ਕਿ ਜਿਵੇਂ ਕਿ ਮੈਂ ਤਾਂ ਹੁਣ ਕਹਿ ਸੀ ਕਿ ਕੰਪੈਰੀਜ਼ਨ ਕਰਕੇ ਪੜ੍ਹੋ ਵਾਈਗੋਸਕੀ ਔਰ ਜੀਨ ਪਿਆਜੇ ਦੀ ਥਿਊਰੀ ਨੂੰ, ਤਾਂ ਕਿ ਤੁਹਾਡੇ ਮਨ ਦੇ ਵਿੱਚ ਇਹ ਦੋਨੋਂ ਮਿਕਸ ਨਾ ਹੋਣ, ਕਨਫਿਊਜ਼ ਨਾ ਹੋਵੋ ਤੁਸੀਂ, ਠੀਕ ਹੈ। ਤਾਂ ਉਸ ਦਾ ਮਤਲਬ ਕੀ ਹੈ? ਤੁਸੀਂ ਇਸ ਤਰੀਕੇ ਨਾਲ ਆਪਣੀ ਮਾਈਂਡ ਦੇ ਵਿੱਚ ਇਸ ਨੌਲੇਜ ਨੂੰ ਸਟੋਰ ਕਰੋਗੇ, ਆਰਗੇਨਾਈਜ਼ ਕਰੋਗੇ ਕਿ ਵਾਈਗੋਸਕੀ ਦੀ ਜੋ ਥਿਊਰੀ ਹੈ ਜਾਂ ਫਿਰ ਜੀਨ ਪਿਆਜੇ ਦੀ ਜੋ ਥਿਊਰੀ ਹੈ, ਉਹ ਦੋਨੋਂ ਅਲੱਗ-ਅਲੱਗ ਰਹਿਣ। ਮਤਲਬ ਇੱਕ ਤਰੀਕੇ ਨਾਲ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਕਿ ਵਾਈਗੋਸਕੀ ਦੀ ਥਿਊਰੀ ਨੂੰ ਅਲੱਗ ਸਟੋਰ ਕਰੋਗੇ ਔਰ ਜੀਨ ਪਿਆਜੇ ਦੀ ਥਿਊਰੀ ਨੂੰ ਅਲੱਗ ਆਰਗੇਨਾਈਜ਼ ਕਰੋਗੇ, ਇਸ ਤਰੀਕੇ ਨਾਲ। ਬਟ ਇੱਦਾਂ ਹੁੰਦਾ ਨਹੀਂ, ਨੋਰਮਲੀ ਇੱਦਾਂ ਥੋੜ੍ਹੀ ਹੁੰਦਾ ਕਿ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਪਾਰਟ ਬਣਾ ਲਿਆ, ਠੀਕ ਹੈ, ਇੱਦਾਂ ਨਹੀਂ ਹੁੰਦਾ। ਬਟ ਉਂਝ ਤੁਹਾਡੇ ਮਤਲਬ ਆਰਗੇਨਾਈਜ਼ ਕਰਨਾ, ਹੁਣ ਆਪਾਂ ਨੂੰ ਜੋ ਚੀਜ਼ ਕਲੀਅਰ ਹੈ ਉਹ ਕਲੀਅਰ ਹੈ, ਠੀਕ ਹੈ। ਮਤਲਬ ਡਿਫਰੈਂਟ ਇਨਫੋਰਮੇਸ਼ਨ ਆਪਣੇ ਕੋਲ ਡਿਫਰੈਂਟ ਪਾਰਟਸ ਦੀ ਜੋ ਹੁੰਦੀ ਆ ਉਹ ਮੌਜੂਦ ਹੁੰਦੀ ਹੈ, ਔਰ ਜਿਹੜੀ ਚੀਜ਼ ਬਾਰੇ ਆਪਾਂ ਬਿਲਕੁਲ ਕਲੀਅਰ ਆ ਉਹ ਕਦੇ ਵੀ ਮਿਕਸ ਨਹੀਂ ਹੁੰਦੀ। ਇਸਦਾ ਮਤਲਬ ਕੀ ਆਪਾਂ ਆਰਗੇਨਾਈਜ਼ ਕੀਤਾ ਹੋਇਆ, ਜਿਸ ਨੂੰ ਆਪਾਂ ਸਕੀਮਾ ਬੋਲਦੇ ਹਾਂ। ਬਹੁਤ ਕੁਝ ਪੜ੍ਹਾਂਗੇ ਹੁਣੀ, ਠੀਕ ਹੈ, ਇਹਨਾਂ ਦੋਨਾਂ ਚੀਜ਼ਾਂ ਬਾਰੇ, ਜਿਹਦੇ ਨਾਲ ਆਪਣਾ ਇਕੁਲਿਬਰੀਅਮ ਵੀ ਕਲੀਅਰ ਹੋਏਗਾ। ਚਲੋ ਫਿਰ ਅੱਗੇ ਵੱਧਦੇ ਹਾਂ, ਪਹਿਲਾਂ ਇਹਨਾਂ ਚੀਜ਼ਾਂ ਨੂੰ ਦੇਖ ਲੈਂਦੇ ਹਾਂ। ਨੈਕਸਟ ਦੇਖੋ ਸਟਰਕਚਰ ਆਫ ਮਾइंड और ਕੋਗਨੀਟਿਵ, ਠੀਕ ਹੈ। ਜੇਕਰ ਇੱਕ ਤਰੀਕੇ ਨਾਲ ਆਰਗੇਨਾਈਜੇਸ਼ਨ, ਜਿਸ ਨੂੰ ਮੈਂ ਹੁਣੀ ਬੋਲ ਕੇ ਹਟੀ ਕਿ ਸਕੀਮਾ ਬਾਰੇ ਪੂਰਾ ਪੜ੍ਹਨਾ, ਤਾਂ ਸਕੀਮਾ ਨੂੰ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਕੀ ਚੀਜ਼ ਹੈ ਇਹ, ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਸਟਰਕਚਰ ਆਫ ਨੌਲੇਜ ਔਰ ਇਨਫੋਰਮੇਸ਼ਨ, ਠੀਕ ਹੈ। ਸਟੋਰ ਕਰਨਾ ਆਪਣੀ ਇਨਫੋਰਮੇਸ਼ਨ ਨੂੰ, ਸਟਰਕਚਰ ਹੁੰਦਾ ਇੱਕ, ਠੀਕ ਹੈ। ਹੁਣ ਤੁਸੀਂ ਜੋ ਫੈਮਿਲੀ ਦੀ ਅਗਰ ਆਪਾਂ ਗੱਲ ਕਰੀਏ, ਜੋ ਵੀ ਫੋਰ ਐਗਜ਼ਾਮਪਲ ਤੁਸੀਂ ਸਬਜੈਕਟਸ ਲੈ ਲਓ, ਮੈਥ ਤੁਸੀਂ ਸਟੱਡੀ ਕਰਦੇ ਹੋ, ਇੰਗਲਿਸ਼ ਤੁਸੀਂ ਸਟੱਡੀ ਕਰਦੇ ਹੋ, ਸਾਈਕੋਲੋਜੀ ਤੁਸੀਂ ਸਟੱਡੀ ਕਰਦੇ ਹੋ। ਐਗਜ਼ਾਮ ਦੇ ਵਿੱਚ ਤੁਸੀਂ ਜਾ ਕੇ ਕਲੀਅਰ ਹੋ ਕਿ ਇਹ ਇੰਗਲਿਸ਼ ਦਾ ਕੁਐਸਚਨ ਹੈ, ਇਹ ਮੈਥ ਦਾ ਕੁਐਸਚਨ ਹੈ, ਇਹ ਸਾਈਕੋਲੋਜੀ ਦਾ ਕੁਐਸਚਨ ਹੈ। ਮਿਕਸ ਕਿਉਂ ਨਹੀਂ ਹੁੰਦੇ ਉਹ? ਕਿਉਂਕਿ ਤੁਸੀਂ ਉਹਨਾਂ ਨੂੰ ਆਰਗੇਨਾਈਜ਼ ਕੀਤਾ ਹੋਇਆ ਕਿ ਹਾਂਜੀ ਇਹ ਸਾਈਕੋਲੋਜੀ ਦਾ ਕੁਐਸਚਨ ਹੈ, ਇਹਦੀ ਨੌਲੇਜ ਤੁਸੀਂ ਅਲੱਗ ਆਰਗੇਨਾਈਜ਼ ਕੀਤੀ ਹੋਈ ਹੈ, ਇੰਗਲਿਸ਼ ਦੀ ਨੌਲੇਜ ਤੁਸੀਂ ਆਰਗੇਨਾਈਜ਼ ਕੀਤੀ ਹੋਈ ਹੈ, ਮੈਥ ਦੀ ਨੌਲੇਜ ਆਰਗੇਨਾਈਜ਼ ਕੀਤੀ ਹੋਈ ਹੈ, ਠੀਕ ਹੈ। ਇਹ ਆਪਸ ਦੇ ਵਿੱਚ ਮਿਕਸ ਨਹੀਂ ਹੋਣਗੇ ਕਿਉਂਕਿ ਤੁਹਾਨੂੰ ਇਸ ਬਾਰੇ ਕੋਈ ਵੀ ਡਾਊਟ ਨਹੀਂ ਹੈ, ਤੁਸੀਂ ਕਲੀਅਰ ਹੋ, ਤੁਸੀਂ ਪੂਰਾ ਇਸ ਨੂੰ ਕੀ ਕੀਤਾ ਹੋਇਆ, ਇੱਕ ਅੱਛੇ ਸਟਰਕਚਰ ਦੇ ਵਿੱਚ ਆਪਣੀ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਹੋਇਆ, ਠੀਕ ਹੈ। ਉਹ ਹੋ ਗਿਆ ਆਪਣਾ ਸਕੀਮਾ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ
स्टोर करना नॉलेज ਨੂੰ, ठीक है, आप इत्थे देख पा रहे हैं स्टोर करना नॉलेज ਨੂੰ, ਉਹੀ ਚੀਜ਼ मैं ਤੁਹਾਡੇ ਹੁਣ ਸਾਹਮਣੇ ਬੋਲੀ। ਆਪਾਂ ਇਸ ਨੂੰ ਪੋਕਟ ਆਫ ਇਨਫੋਰਮੇਸ਼ਨ ਵੀ ਬੋਲ ਸਕਦੇ ਹਾਂ, ਠੀਕ ਹੈ, ਔਰ ਰੂਮ ਆਫ ਇਨਫੋਰਮੇਸ਼ਨ ਵੀ ਬੋਲ ਸਕਦੇ ਹਾਂ, ਠੀਕ ਹੈ। ਤਾਂ ਅਲੱਗ ਅਲੱਗ ਨਾਮ ਨੇ, ਨਾਮ ਦੇਖ ਕੇ ਉੱਥੇ ਕਨਫਿਊਜ਼ ਨਾ ਹੋਈਓ। ਸਭ ਦਾ ਮੀਨਿੰਗ ਇੱਕ ਹੈ ਕਿ ਆਪਾਂ ਆਪਣੀ ਨੌਲੇਜ ਨੂੰ ਸਟੋਰ ਕੀਤਾ ਹੋਇਆ ਇੱਕ ਇਨ ਅ ਗੁੱਡ ਵੇ, ਮਤਲਬ ਇੱਕ ਅੱਛੀ ਔਰਗੇਨਾਈਜੇਸ਼ਨ ਆਪਾਂ ਉਹਦੇ ਵਿੱਚ ਕੀਤੀ ਹੋਈ ਹੈ, ਠੀਕ ਹੈ। ਕਿ ਫੋਰ ਐਗਜ਼ਾम्पल अगर ਇਹ ਆਪਣਾ ਮਾइंड है, ये अगर अपना माइंड है तो हाँ जी, तो डिफरेंट जो नॉलेजेस ने इस तरीके नाल अपने स्टोर ने, ठीक है। नैक्सट अगर गल करिए इस तो इलावा वेट, हाँ जी, ਇਹ ਜੋ ਕੁਆਲਿਟੀ ਹੈ ਆਪਣੇ ਅੰਦਰ ਜਨਮਜਾਤ ਹੁੰਦੀ ਹੈ, ਸ਼ੁਰੂ ਤੋਂ ਹੀ ਆਪਣੇ ਅੰਦਰ ਇਹ ਕੁਆਲਿਟੀ ਹੁੰਦੀ। ਛੋਟੇ ਬੱਚਿਆਂ ਦੇ ਵਿੱਚ ਅਗਰ ਆਪਾਂ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਦੇਖੀਏ, ਜਿਵੇਂ ਕਿਸੇ ਚੀਜ਼ ਨੂੰ ਪਕੜਨਾ ਜਾਂ ਕਿਸੇ ਚੀਜ਼ ਨੂੰ ਦੇਖਣਾ ਜਾਂ ਕਿਸੇ ਚੀਜ਼ ਨੂੰ ਅਗਰ ਆਪਾਂ ਗੱਲ ਕਰੀਏ, ਕੋਈ ਵੀ ਛੋਟੇ ਛੋਟੇ ਬੱਚੇ ਦੇ ਵਿੱਚ ਵੀ ਜੋ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਉਹ ਉਹਨਾਂ ਨੂੰ ਲੈ ਕੇ ਵੀ ਕਲੀਅਰ ਹੁੰਦੇ ਨੇ, ਠੀਕ ਹੈ। ਉਹ ਉਹਨਾਂ ਨੂੰ ਵੀ ਅਲੱਗ-ਅਲੱਗ ਐਕਟੀਵਿਟੀਜ਼ ਅਲੱਗ-ਅਲੱਗ ਟਾਈਮ 'ਤੇ ਕਰਦੇ ਹੋਏ ਦੇਖਦੇ ਨੇ, ਮਤਲਬ ਉਹ ਉਸੇ ਤਰੀਕੇ ਨਾਲ ਆਰਗੇਨਾਈਜ਼ ਕਰ ਰਹੇ ਨੇ। ਮਤਲਬ ਇਹ ਜੋ ਕੁਆਲਿਟੀ ਹੁੰਦੀ ਹੈ ਉਹ ਆਪਣੇ ਅੰਦਰ ਕੀ ਹੁੰਦੀ ਹੈ, ਜਨਮਜਾਤ ਹੁੰਦੀ ਹੈ। और आप बोल सकते हैं कि यही होंगी है, चेंजेबल होंगी है, ठीक है। जरूरी नहीं है कि एक जो सेव होगी आप हो, चेंजेबल होंगी है, डायनामिक होंगी है, क्लीयर। सैकेंड अगर गल करिए स्कीम्स की होंगे हम, वट इज़ द स्कीम्स, तो स्कीमां ते स्कीम्स के बहुत सारे स्टूडेंट कन्फ्यूज रहते हैं, पजल रहते हैं। अज तुहाडा पूरा डाउट क्लीयर हो जाना है। अगर मैं कहां जिवें मैं तुहानूं इत्थे दस्सिया सी कि माइंड है, इस अलग अलग तरीके नाल स्टोर कीतियां होईयां नॉलेजेस नूं, थोड़ा समझ लो। पूरी नॉलेजेस ਨੂੰ अलग-अलग वे ਦੇ ਵਿੱਚ ਸਟੋਰ ਕੀਤਾ, ਡੈਟ ਇਜ਼ ਆਰਗੇਨਾਈਜ਼ ਔਰ ਸਟਰਕਚਰ ਔਰ ਸਟੋਰ ਆਫ ਨੌਲੇਜ, ਠੀਕ ਹੈ। ਉਹ ਮੇਰੇ ਕੋਲ ਕੀ ਹੈ, ਸਕੀਮਾ ਹੈ। ਬਟ ਅ ਪਰਟੀਕੂਲਰ ਨੌਲੇਜ ਅਬਾਊਟ ਅ ਪਰਟੀਕੂਲਰ, ਅਗਰ ਆਪਾਂ ਗੱਲ ਕਰ ਸਕਦੇ ਇੱਕ ਪਾਰਟ ਦੇ ਬਾਰੇ, ਇੱਕ ਫੀਲਡ ਦੇ ਬਾਰੇ, ਜਾਂ ਫਿਰ ਜੋ ਆਪਾਂ ਨੂੰ ਪ੍ਰੋਪਰਲੀ ਪਤਾ ਇੱਕ ਚੀਜ਼ ਦੇ ਬਾਰੇ ਨੌਲੇਜ, ਉਸ ਨੂੰ ਆਪਾਂ ਕੀ ਬੋਲਦੇ ਆ, ਸਕੀਮਸ ਬੋਲਦੇ ਆ। ਐਂਡ ਆਪਾਂ ਕਹਿ ਸਕਦੇ ਕਿ ਜਦੋਂ ਸਕੀਮਸ ਨੂੰ ਆਪਾਂ ਇਕੱਠਾ ਕਰਦੇ ਤਾਂ ਉਹ ਸਕੀਮਾ ਬਣ ਜਾਂਦਾ, ਠੀਕ ਹੈ। ठीक है जी, तो इत्थे देख लैंदे एक बारी की लिखा होया है, साडे व्यवहार का एक अजिहा पैटर्न जिसनों असीं सीखण तो बाद आसानी नाल दोहरा सकते हैं, ठीक है। तो एक अजिहे पर्टिकुलर पैटर्न जिसनों आपां सीख लैंदे तो उसनों ईजीली आपां रिपीट कर सकते क्योंकि आपां उस चीज़ नूं हुण समझ चुके हैं, सीख चुके हैं, ठीक है। तो वो की हुंदा, स्कीम्स हुंदा है, पर्टिकुलर नॉलेज अबाउट अ पर्टिकुलर फील्ड, ठीक है। बट अगर आपां पूरी गल करिए कि किस तरीके नाल ऑर्गेनाइज किया, स्टोर किया, तो की हो गया स्कीमा, क्लीयर। तो उम्मीद है ये चीज़ तो हुण क्लीयर हो गई होगी। मतलब इत्थे एक जो ऑर्गेनाइजेशन का पॉइंट से तुहाडा क्लीयर हो गया होना। नाउ वी आर टॉकिंग अबाउट अडेप्टेशन। अडेप्टेशन का मतलब हो गया कि किस तरीके नाल मैं तुहानूं कहा सी कि नवीं चीज़ नूं देख के आपां कन्फ्यूज, अनबैलेंस, ठीक है, वो सारा कुछ। तो देखो सब तो पहले तुहाडे मूहरे एक पॉइंट तुहानूं नज़र आ रहा है, असिमिलेशन। असिमिलेशन दे विच की है, असिमिलेशन का मतलब हो गया, फॉर एग्जाम्पल मेरे को कोई पुरानी नॉलेज है, उस दे विच मैं नवी नॉलेज नूं ऐड कर रही हाँ, तो मतलब मेरे को एक न्यू स्कीमा बन रहा, मतलब मेरे को पुरानी नॉलेज मैंने पता सी इस चीज़ बारे, ठीक है। मैंने थोड़ा जिहा होर सीखण नूं मिलिया तो मैंने थोड़ी जी होर नॉलेज उस दे विच ऐड कर दी, तो मेरे को की बन गया, असिमिलेशन बन गया, ठीक है। एक बार सुन लो, एग्जाम्पल्स नाल क्लीयर करांगे, प्रॉपर तुहानूं क्लीयर हो जाना है। सैकेंड पॉइंट अपने कोल की है, अकोमोडेशन। अकोमोडेशन का मतलब की होंदा है, अकोमोडेशन का मतलब होंदा है जो मैं अपनी पुरानी नॉलेज नूं चेंज कर लैनी नवीं नॉलेज नाल। हुण देखो मेरे को पहले तो ये चीज़ की नॉलेज किसी पर्टिकुलर सबजैक्ट बारे नॉलेज सी, जो पर्टिकुलर टॉपिक बारे नॉलेज सी, बट उसनूं जो मैंने देखा कि नवीं इन्फॉर्मेशन दे नाल उसनूं मैंने चेंज करता। हुण तुसीं डिफरेंस देख पा रहे हो, असिमिलेशन दे विच की है, मैंने नवीं नॉलेज नूं ऐड किया, ठीक है। बट अकोमोडेशन दे विच की है, मैंने नवीं नॉलेज नाल चेंज किया अपनी पुराने नॉलेज नूं। देयर इज़ अ डिफरेंस बिटवीन दीज टू थिंग्स, ठीक है। उस तो बाद थर्ड अपने कोल फैक्टर है डिसइक्विलिब्रियम का, तो फोर्थ अपने कोल है इक्विलिब्रियम का। हुण देखो इस चीज़ को समझते हैं इस एग्जाम्पल नाल, ठीक है। आप छोटे बच्चों को मोस्टली की सिखाने आ, मोस्टली आप सब कुछ उन्होंने मन में बहुत का डाउट होंगे ने, बहुत क्वेश्चनस भी पूछते हैं, वो क्या की है, क्यों है, किद्दां है, ठीक है, बहुत सारे क्वेश्चनस होंगे ने। तो आप छोटे बच्चों को दस्सिया होया सी कि स्काई दे विच, आसमान दे विच अगर कोई उड़ रहा है, कोई भी चीज़ जो उड़ सकती है वो की होंगी है, बर्ड होंगी है, पंछी होंगी है, ठीक है। और ये जो नॉलेज है बच्चे ने अपने अंदर फीड कर ली कि हाँ जी जो चीज़ उड़ सकती है, जो आसमान दे विच उड़ रहा है वो बर्ड होएगा, सिंपल क्लीयर। तो फिर एक बार की होंदा है, एक बार वो बच्चा की करता है, आसमान दे विच जांदे होए एरोप्लेन नूं देखदा है और उसनूं बोलदा है वर्ड, मतलब उसनूं लगदा है कि यह जो आसमान दे विच उड़ रहा है यह की है, एक बर्ड है। क्यों सोचता वो इस तरीके नाल, क्योंकि उसके अंदर यही तो नॉलेज फीड है, यही तो उसने सीखा होया है कि जो भी आसमान दे विच उड़ेगा वो बर्ड होएगा, नो डाउट, ठीक है। तो वो सोचता है कि इस टाइम आसमान दे विच जो उड़ रहा है वो की है, बर्ड है, ठीक है। तो इत्थे की हुंदा, आप एक चीज़ देख पा रहे हैं, सब तो पहला की होया
ਉਸਦੀ ਇੱਕ ਨੌਲੇਜ ਜੋ ਹੈ ਉਸਨੇ ਐਡ ਕੀਤੀ। ਉਸਨੂੰ ਪੁਰਾਣੀ ਨੌਲੇਜ ਕੀ ਸੀ ਕਿ ਅਸਮਾਨ ਦੇ ਵਿੱਚ ਕੋਈ ਵੀ ਜੋ ਚੀਜ਼ ਉੜਦੀ ਹੋਈ ਉਸਨੂੰ ਨਜ਼ਰ ਆਏਗੀ ਉਹ ਬਰਡ ਹੋਏਗੀ, ਠੀਕ ਹੈ। ਤਾਂ ਉੱਥੇ ਕੀ ਹੋਇਆ, ਉਸਨੇ ਦੇਖਿਆ। ਉਸ ਤੋਂ ਬਾਅਦ ਉਸਦੇ ਪੇਰੈਂਟਸ ਉਸਨੂੰ ਦੱਸਦੇ ਹਨ ਕਿ ਨਹੀਂ, ਉਹ ਬਰਡ ਨਹੀਂ ਹੈ, ਉਹ ਐਰੋਪਲੇਨ ਹੈ। ਜ਼ਰੂਰੀ ਨਹੀਂ ਹੈ ਕਿ ਅਸਮਾਨ ਦੇ ਵਿੱਚ ਜੋ ਵੀ ਉੱਡੇਗਾ ਉਹ ਬਰਡ ਹੀ ਹੋਏਗਾ, ਕਿ ਡਿਫਰੈਂਟ ਚੀਜ਼ਾਂ ਵੀ ਆਪਾਂ ਨੂੰ ਸਕਾਈ ਦੇ ਵਿੱਚ, ਅਸਮਾਨ ਦੇ ਵਿੱਚ ਉੱਡਦੀਆਂ ਹੋਈਆਂ ਨਜ਼ਰ ਆ ਸਕਦੀਆਂ ਹਨ, ਠੀਕ ਹੈ। ਕਿਉਂਕਿ ਉਹਦੇ ਵਿੱਚ ਉਹ ਇੱਕ ਲਿਵਿੰਗ ਥਿੰਗ ਨਹੀਂ ਹੈ। ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਕਿ ਉਹ ਕੀ ਹੈ, ਇੱਕ ਬਰਡ ਨਹੀਂ ਹੈ, ਉਹ ਇੱਕ ਐਰੋਪਲੇਨ ਹੈ, ਠੀਕ ਹੈ। ਤਾਂ ਇੱਥੇ ਬੱਚੇ ਨੂੰ ਇੱਕ ਨਵੀਂ ਇਨਫੋਰਮੇਸ਼ਨ ਉੱਥੇ ਉਸਨੂੰ ਮਿਲੀ। ਉਸਨੇ ਸੋਚਿਆ, ਸਮਝਿਆ, ਉਸਨੂੰ ਇੱਕ ਨਵੀਂ ਇਨਫੋਰਮੇਸ਼ਨ ਮਿਲੀ ਕਿ ਹਾਂਜੀ ਠੀਕ ਹੈ, ਕਿ ਜ਼ਰੂਰੀ ਨਹੀਂ ਹੈ ਕਿ ਹਰ ਸਕਾਈ ਦੇ ਵਿੱਚ ਜੋ ਉੱਡੇਗਾ ਉਹ ਬਰਡ ਹੋਏਗਾ। ਇਹ ਬਰਡ ਸੀ, ਉਹ ਐਰੋਪਲੇਨ ਹੈ ਜੋ ਮੈंने ਦੇਖਿਆ, ਠੀਕ ਹੈ। ਤਾਂ ਇੱਥੇ ਪੂਰੇ ਪ੍ਰੋਸੈਸ ਦੇ ਵਿੱਚ ਕੀ ਹੋਇਆ, ਸਭ ਤੋਂ ਪਹਿਲਾਂ ਜੋ ਬੱਚੇ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਸਕਾਈ ਦੇ ਵਿੱਚ ਉੱਡਣ ਵਾਲੀ ਹਰ ਇੱਕ ਚੀਜ਼ ਕੀ ਹੈ, ਬਰਡ ਹੈ, ਉਹ ਸੀ ਓਲਡ ਇਨਫੋਰਮੇਸ਼ਨ, ਠੀਕ ਹੈ। ਬਾਅਦ ਵਿੱਚ ਉਸ ਨੂੰ ਦੱਸਿਆ ਗਿਆ, ਠੀਕ ਹੈ, ਕਿ ਨਹੀਂ, ਹਰ ਇੱਕ ਚੀਜ਼ ਉੜਦੀ ਹੈ ਜੋ ਉਹ ਕੀ ਨਹੀਂ ਹੁੰਦੀ, ਬਰਡ ਨਹੀਂ ਹੁੰਦੀ, ਠੀਕ ਹੈ। ਉਹ ਕੁਝ ਹੋਰ ਵੀ ਹੋ ਸਕਦਾ, ਲਾਈਕ ਦਿਸ ਇਜ਼ ਐਰੋਪਲੇਨ। ਤਾਂ ਉੱਥੇ ਉਸਨੂੰ ਇੱਕ ਨਵੀਂ ਇਨਫੋਰਮੇਸ਼ਨ ਉਸਦੇ ਵਿੱਚ ਐਡ ਹੁੰਦੀ ਹੈ, ਉਸਦੇ ਵਿੱਚ ਨਵੀਂ ਇਨਫੋਰਮੇਸ਼ਨ ਉਹ ਸਿੱਖਦਾ ਹੈ, ਨਵਾਂ ਕੁਝ ਸਿੱਖਦਾ ਹੈ। ਤਾਂ ਮਤਲਬ ਕਿਤੇ ਨਾ ਕਿਤੇ ਕੀ ਹੋ ਗਿਆ, ਉਸਦਾ ਇੱਕ ਬੈਲੈਂਸ ਬਣ ਗਿਆ। ਪਹਿਲਾਂ ਦੇਖੋ, ਹੁਣ ਇੱਥੇ ਬੈਲੈਂਸ ਦੀ ਅਗਰ ਹੋਰ ਗੱਲ ਕਰ ਲਈਏ, ਸ਼ੁਰੂ ਤੋਂ ਦੇਖਦੇ ਇਸ ਚੀਜ਼ ਨੂੰ। ਬਰਡ ਸੀ, ਓਲਡ ਇਨਫੋਰਮੇਸ਼ਨ ਸੀ, ਚਲੋ। ਜਦੋਂ ਬੱਚੇ ਨੇ ਐਰੋਪਲੇਨ ਦੇਖਿਆ ਉਹ ਕਨਫਿਊਜ਼ ਹੋ ਗਿਆ, ਉਸਦਾ ਬੈਲੈਂਸ ਨਹੀਂ ਬਣਿਆ ਕਿ ਬਰਡ ਤਾਂ ਕਿਸੇ ਹੋਰ ਤਰੀਕੇ ਨਾਲ ਦਿਖਦਾ ਹੈ, ਇਹ ਕਿਸੇ ਹੋਰ ਤਰੀਕੇ ਨਾਲ ਨਜ਼ਰ ਆ ਰਿਹਾ ਹੈ, ਬਟ ਫਿਰ ਵੀ ਚਲੋ ਇਹ ਬਰਡ ਹੀ ਹੋਏਗਾ ਕਿਉਂਕਿ ਇਹ ਸਕਾਈ ਦੇ ਵਿੱਚ ਉੱਡ ਰਿਹਾ ਹੈ, ਅਸਮਾਨ ਦੇ ਵਿੱਚ ਉੱਡ ਰਿਹਾ ਹੈ, ਠੀਕ ਹੈ। ਤਾਂ ਉੱਥੇ ਕੀ ਹੁੰਦਾ ਹੈ, ਮਤਲਬ ਸਿੰਪਲ ਸ਼ਬਦਾਂ ਵਿੱਚ ਬੱਚੇ ਦੇ ਮਾਈਂਡ ਦੇ ਵਿੱਚ ਜੋ ਬੈਲੈਂਸ ਬਣਿਆ ਹੋਇਆ ਸੀ ਉਹ ਹਿੱਲ ਗਿਆ। ਬੈਲੈਂਸ ਆਪਾਂ ਕਹਿ ਸਕਦੇ ਕਿ ਜੋ ਬੈਲੈਂਸ ਉਹ ਨਹੀਂ ਰਿਹਾ, ਠੀਕ ਹੈ, ਕਨਫਿਊਜ਼ ਹੋ ਗਿਆ, ਉਹ ਡਾਊਟ ਆ ਗਿਆ ਉਸਦੇ ਮਾਈਂਡ ਦੇ ਵਿੱਚ, ਠੀਕ ਹੈ। ਜਦੋਂ ਉਸਦੇ ਪੇਰੈਂਟਸ ਨੇ ਉਸਨੇ ਐਕਸਪਲੇਨ ਕੀਤਾ ਕਿ ਹਰ ਇੱਕ ਚੀਜ਼ ਬਰਡ ਨਹੀਂ ਹੁੰਦੀ, ਉਹ ਐਰੋਪਲੇਨ ਹੈ, ਤਾਂ ਉਸਦਾ ਜੋ ਕਿਤੇ ਨਾ ਕਿਤੇ ਡਾਊਟ ਸੀ ਉਹ ਕਲੀਅਰ ਹੋ ਗਿਆ। ਜਦੋਂ ਉਸਨੇ ਓਲਡ ਇਨਫੋਰਮੇਸ਼ਨ ਦੇ ਵਿੱਚ ਨਵੀਂ ਇਨਫੋਰਮੇਸ਼ਨ ਨੂੰ ਐਡ ਕੀਤਾ ਤਾਂ ਉਸਦਾ ਡਾਊਟ ਕਲੀਅਰ ਹੋ ਗਿਆ। ਮਤਲਬ ਉਹਦਾ ਦੁਬਾਰਾ ਜੋ ਬੈਲੈਂਸ ਸੀ ਉਹ ਬਣ ਗਿਆ। ਬੈਲੈਂਸ ਮੀਨ ਟੂ ਸੇ ਸਿੰਪਲ ਸ਼ਬਦਾਂ ਵਿੱਚ ਇਕੁਲਿਬਰੀਅਮ ਦੀ ਕੰਡੀਸ਼ਨ 'ਚ ਆ ਗਿਆ। ਇਕੁਲਿਬਰੀਅਮ ਦੀ ਕੰਡੀਸ਼ਨ 'ਚ ਆ ਗਿਆ ਮਤਲਬ ਹੁਣ ਉਸਨੂੰ ਕੋਈ ਡਾਊਟ ਨਹੀਂ ਹੈ, ਠੀਕ ਹੈ। ਉਸਨੇ ਇੱਕ ਨਵੀਂ ਇਨਫੋਰਮੇਸ਼ਨ ਐਡ ਕੀਤੀ ਜਿਸ ਨਾਲ ਉਸਦਾ ਜੋ ਡਾਊਟ ਸੀ ਉਹ ਕਲੀਅਰ ਹੋ ਗਿਆ। ਦੁਬਾਰਾ ਇਕੁਲਿਬਰੀਅਮ ਦੀ ਕੰਡੀਸ਼ਨ 'ਚ ਆ ਗਿਆ ਜਿਸ ਨਾਲ ਉਸਦਾ ਕੀ ਹੋਇਆ, ਵਿਕਾਸ ਹੋਇਆ, ਠੀਕ ਹੈ। ਇਹ ਪੂਰਾ ਪ੍ਰੋਸੈਸ ਹੈ, ਠੀਕ ਹੈ। ਹੁਣ ਤੁਸੀਂ ਇੱਕ ਹੋਰ ਚੀਜ਼ ਇੱਥੇ ਦੇਖ ਪਾ ਰਹੇ ਹੋ, ਹਾਂਜੀ, ਇੱਥੇ ਸਮਝ ਆ ਗਿਆ, ਠੀਕ ਹੈ। ਹੁਣ ਇੱਥੇ ਇੱਕ ਚੀਜ਼ ਤੁਸੀਂ ਹੋਰ ਦੇਖ ਪਾ ਰਹੇ ਹੋ, ਵੇਟ, ਇਸ ਟੇਬਲ ਨੂੰ ਦੇਖੋ। ਸਭ ਤੋਂ ਪਹਿਲਾਂ ਤੁਹਾਡੇ ਕੋਲ ਕੀ ਹੈ, ਅਸਿਮੀਲੇਸ਼ਨ ਹੈ। ਅਸਿਮੀਲੇਸ਼ਨ ਦਾ ਮਤਲਬ ਹੋ ਗਿਆ ਜਦੋਂ ਤੁਸੀਂ ਕਿਸੇ ਪੁਰਾਣੀ ਨੌਲੇਜ ਦੇ ਵਿੱਚ, ਕਿਸੇ ਓਲਡ ਨੌਲੇਜ ਦੇ ਵਿੱਚ ਨਵੀਂ ਨੌਲੇਜ ਨੂੰ ਐਡ ਕਰ ਦਿੰਦੇ ਹੋ। ਅਕਮਡੇਸ਼ਨ ਦਾ ਮਤਲਬ ਹੈ ਜਦੋਂ ਤੁਸੀਂ ਕਿਸੇ ਪੁਰਾਣੀ ਨੌਲੇਜ ਨੂੰ ਚੇਂਜ ਕਰ ਦਿੰਦੇ ਹੋ ਨਿਊ ਨੌਲੇਜ ਦੇ ਨਾਲ। ਹੁਣ ਬੱਚੇ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਰਹਿੰਦੇ ਆ, ਕਈ ਵਾਰੀ ਇੱਦਾਂ ਦੀ ਸਟੇਟਮੈਂਟ ਆ ਜਾਂਦੀ ਹੈ, ਠੀਕ ਹੈ। ਤਾਂ ਉਹ ਕਿਵੇਂ ਉਸ ਨੂੰ ਕਰਨਗੇ। ਅਗਰ ਤਾਂ ਤੁਹਾਡੇ ਕੋਲ ਵਰਡ ਆ ਰਿਹਾ ਹੈ ਐਡ, ਕਿ ਹਾਂਜੀ ਇਸ ਇਨਫੋਰਮੇਸ਼ਨ ਦੇ ਵਿੱਚ ਉਸ ਇਨਫੋਰਮੇਸ਼ਨ ਨੂੰ ਜੋੜਿਆ ਗਿਆ ਹੈ, ਠੀਕ ਹੈ, ਤਾਂ ਉਹ ਤਾਂ ਕੀ ਹੋਏਗਾ, ਅਸਿਮੀਲੇਸ਼ਨ ਹੋਏਗਾ, ਠੀਕ ਹੈ। ਬਟ ਅਗਰ ਮੈਂ ਤੁਹਾਨੂੰ ਕਹਾਂ ਕਿ ਐਡ ਦੀ ਜਗ੍ਹਾ ਐਡਜਸਟ ਆ ਰਿਹਾ ਹੈ, ਮੋਡੀਫਾਈ ਆ ਰਿਹਾ ਹੈ, ਠੀਕ ਹੈ, ਇੱਦਾਂ ਦੇ ਜੋ ਵਰਡਸ ਨੇ ਉਹ ਨੇ, ਤਾਂ ਉੱਥੇ ਕੀ ਹੋਏਗਾ, ਅਕਮਡੇਸ਼ਨ ਹੋਏਗਾ, ਠੀਕ ਹੈ ਜੀ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਅਸਿਮੀਲੇਸ਼ਨ ਹੁੰਦਾ ਹੈ, ਠੀਕ ਹੈ। ਅਸਿਮੀਲੇਸ਼ਨ ਹੁੰਦਾ ਹੈ ਮਤਲਬ ਬੱਚਾ ਪੁਰਾਣੀ ਇਨਫੋਰਮੇਸ਼ਨ ਦੇ ਵਿੱਚ ਨਵੀਂ ਇਨਫੋਰਮੇਸ਼ਨ ਨੂੰ ਐਡ ਕਰਦਾ ਹੈ, ਠੀਕ ਹੈ। ਮਤਲਬ ਉਹ ਇਕੁਲਿਬਰੀਅਮ ਦੀ ਕੰਡੀਸ਼ਨ 'ਚ ਹੁੰਦਾ ਹੈ, ਠੀਕ ਹੈ। ਉਸਦੇ ਮਨ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੁੰਦਾ, ਠੀਕ ਹੈ। ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਨੇ ਜੋ ਜਿਵੇਂ ਕੋਈ ਓਲਡ ਏਜ ਹੈ, ਬਹੁਤ ਓਲਡ ਏਜ ਪਰਸਨ ਹੈ, ਠੀਕ ਹੈ। ਉਸਨੂੰ ਅੱਜ ਦੀ ਟੈਕਨੋਲੋਜੀ ਬਾਰੇ ਉਨੀ ਨੌਲੇਜ ਨਹੀਂ ਹੈ, ਬਟ ਉਸਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਪਤਾ ਹੈ ਕਿ ਹਾਂਜੀ ਕਿ ਕੰਪਿਊਟਰ ਹੁੰਦਾ ਸੀ ਜਿਸ ਦੇ ਵਿੱਚ ਕੀਬੋਰਡ, ਮਾਊਸ, ਅਗਰ ਗੱਲ ਕਰੀਏ CPU, UPS, ਇਹ ਸਾਰੀ ਜੋ ਚੀਜ਼ਾਂ ਸੀ ਉਹ ਦੇਖਣ ਨੂੰ ਮਿਲਦੀਆਂ ਸੀ, ਠੀਕ ਹੈ। ਬਟ ਜਦੋਂ ਅੱਜ ਉਸਨੇ ਲੈਪਟੋਪ ਨੂੰ ਦੇਖਿਆ ਤਾਂ ਉਹ ਥੋੜ੍ਹਾ ਜਿਹਾ ਉਸਨੂੰ ਇੱਦਾਂ ਲੱਗਿਆ ਕਿ ਆਹ ਕੀ ਚੀਜ਼ ਹੈ, ਠੀਕ ਹੈ। ਇਹਦੇ ਜੋ ਬਾਕੀ ਜੋ ਪਾਰਟਸ ਸੀਗੇ ਜਿਵੇਂ ਮਾਊਸ, ਕੀਬੋਰਡ, ਉਹ ਸਭ ਕੁਝ ਕਿੱਥੇ ਗਏ, ਠੀਕ ਹੈ। ਤਾਂ ਉੱਥੇ ਕੀ ਹੋਏਗਾ, ਉਸਨੂੰ ਇੱਕ ਤਰੀਕੇ ਨਾਲ ਇੱਕ ਵਾਰੀ ਉਹ ਕੀ ਹੋ ਜਾਏਗਾ, ਡਿਸਇਕੁਲਿਬਰੀਅਮ ਦੀ ਕੰਡੀਸ਼ਨ 'ਚ ਆ ਜਾਏਗਾ। ਡਿਸਇਕੁਲਿਬਰੀਅਮ ਦਾ ਮਤਲਬ ਹੋ ਗਿਆ ਕਿ ਕਿਤੇ ਨਾ ਕਿਤੇ ਉਸਨੂੰ ਸਮਝ ਨਹੀਂ ਆਏਗਾ ਕਿ ਇਹ ਕੀ ਹੋ ਗਿਆ, ਮਤਲਬ ਉਹ ਨਵੀਂ ਚੀਜ਼ ਉਸਨੇ ਦੇਖੀ ਤਾਂ ਉਸਦੇ ਵਿੱਚ ਡਾਊਟ ਆਏ ਉਸਦੇ ਮਾਈਂਡ ਦੇ ਵਿੱਚ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੋਇਆ, ਜਦੋਂ ਉਸਨੂੰ ਥੋੜ੍ਹਾ ਦੱਸਿਆ ਜਾਏਗਾ ਕਿ ਹਾਂਜੀ ਹੁਣ ਟੈਕਨੋਲੋਜੀ ਐਡਵਾਂਸ ਹੋ ਗਈ ਹੈ, ਜਦ ਕਿਸੇ ਵੀ ਤਰੀਕੇ ਨਾਲ ਉਸਨੂੰ ਪ੍ਰੋਪਰ ਐਕਸਪਲੇਨ ਕੀਤਾ ਜਾਏਗਾ ਤਾਂ ਉਸਦੇ ਜੋ ਡਾਊਟਸ ਨੇ ਉਹ ਕਲੀਅਰ ਹੋ ਜਾਣਗੇ। ਤਾਂ ਉਹ ਦੁਬਾਰਾ ਕਿਸ ਦੇ ਵਿੱਚ ਹੋ ਜਾਏਗਾ, ਅਕਮਡੇਸ਼ਨ, ਮਤਲਬ ਉਸਨੇ ਜੋ ਪੁਰਾਣੀ ਨੌਲੇਜ ਸੀ, ਪੁਰਾਣੀ ਨੌਲੇਜ ਉਸਦੀ ਕੀ ਸੀ ਕਿ ਹਾਂਜੀ ਜੋ PC ਹੈ ਉਸਦੇ ਇੰਨੇ ਸਾਰੇ ਪਾਰਟਸ ਹੁੰਦੇ ਆ, ਉਸਦੇ ਵਿੱਚ ਉਸਨੇ ਨਵੀਂ ਨੌਲੇਜ ਨੂੰ ਥੋੜ੍ਹਾ ਜਿਹਾ ਐਡ ਕੀਤਾ ਜਾਂ ਫਿਰ ਆਪਾਂ ਬੋਲ ਸਕਦੇ ਹਾਂ ਕਿ ਚੇਂਜ ਕੀਤਾ, ਠੀਕ ਹੈ, ਐਡ ਕੀਤਾ ਕਿ ਹਾਂਜੀ ਹੁਣ ਟੈਕਨੋਲੋਜੀ ਦੇ ਵਿੱਚ ਇਹ ਸਾਰੀ ਚੀਜ਼ਾਂ, ਮਤਲਬ ਇੰਨੀ ਵੱਡੀ ਮਸ਼ੀਨ ਨੂੰ ਆਪਾਂ ਛੋਟੇ ਜਿਹੇ ਪਾਰਟਸ ਦੇ ਵਿੱਚ ਚੇਂਜ ਕਰਤਾ। ਤਾਂ ਉਸਦੀ ਨੌਲੇਜ ਨੂੰ ਥੋੜ੍ਹਾ ਬਹੁਤ ਚੇਂਜ ਕੀਤਾ ਗਿਆ
ਉਸ ਤੋਂ ਬਾਅਦ ਉਸਨੂੰ ਕੀ ਹੋ ਗਿਆ, ਜੋ ਡਾਊਟ ਸੀ ਉਹਦੇ ਕਲੀਅਰ ਹੋ ਗਏ ਤਾਂ ਉਹ ਇਕੁਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਕਲੀਅਰ ਹੈ ਇਹ ਚੀਜ਼, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਅਸਿਮੀਲੇਸ਼ਨ ਹੁੰਦਾ ਹੈ। ਅਸਿਮੀਲੇਸ਼ਨ ਮਤਲਬ, ਠੀਕ ਹੈ, ਉਹ ਕਲੀਅਰ ਹੋ ਗਿਆ ਹੋਣਾ। ਉਸ ਤੋਂ ਬਾਅਦ ਮਤਲਬ ਇੱਕ ਤਰੀਕੇ ਨਾਲ ਕੀ ਹੁੰਦਾ, ਇਕੁਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਹੋਏਗਾ। ਕੋਈ ਵੀ ਨਵੀਂ ਸਿਚੁਏਸ਼ਨ ਜਦੋਂ ਕੋਈ ਵੀ ਪਰਸਨ ਦੇਖਦਾ ਹੈ ਤਾਂ ਉਹ ਡਿਸਇਕੁਲਿਬਰੀਅਮ ਹੋ ਜਾਂਦਾ, ਮਤਲਬ ਡਾਊਟਸ ਹੁੰਦੇ ਆ ਉਸਦੇ ਮਨ ਦੇ ਵਿੱਚ। ਫਿਰ ਉਹ ਅਕਮੋਡੇਸ਼ਨ ਕਰਦਾ। ਅਕਮੋਡੇਸ਼ਨ ਮਤਲਬ ਆਪਣੀ ਪੁਰਾਣੀ ਨੌਲੇਜ ਨੂੰ ਜਾਂ ਤਾਂ ਨਵੀਂ ਨੌਲੇਜ ਨਾਲ ਚੇਂਜ ਕਰ ਦਿੰਦਾ ਜਾਂ ਫਿਰ ਉਸਦੇ ਵਿੱਚ ਉਸਨੂੰ ਐਡ ਕਰ ਲੈਂਦਾ, ਠੀਕ ਹੈ। ਸੋ ਡਿਪੈਂਡ ਔਨ ਦਾ ਸਿਚੁਏਸ਼ਨ ਕਿ ਉਸਦੇ ਵਿੱਚ ਐਡ ਹੁੰਦੀ ਹੈ ਜਾਂ ਡਿਪੈਂਡ ਔਨ, ਅਗਰ ਗੱਲ ਕਰੀਏ ਕਿ ਜਾਂ ਫਿਰ ਗੱਲ ਕਰੀਏ ਕਿ ਚੇਂਜ ਕਰਨੀ ਹੈ ਆਪਣੀ ਇਨਫੋਰਮੇਸ਼ਨ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ। ਇੱਕ ਬੱਚੇ ਨੂੰ, ਛੋਟੇ ਬੱਚੇ ਨੂੰ ਦੱਸਿਆ ਜਾਂਦਾ, ਇਹ ਐਗਜ਼ਾਮਪਲ ਕਾਫੀ ਫੇਮਸ ਹੈ, ਠੀਕ ਹੈ, ਔਰ ਸਾਰੇ ਕਿਤੇ ਮਤਲਬ ਮੋਸਟਲੀ ਆਪਾਂ ਇਹ ਆਮ ਹੀ ਦੇਖਦੇ ਹਾਂ ਕਿ ਇੱਕ ਬੱਚੇ ਨੇ ਦੇਖਿਆ ਕਿ ਹਾਂਜੀ ਘਰ ਦੇ ਵਿੱਚ ਇੱਕ ਐਨੀਮਲ ਹੈ ਜਿਸ ਦੇ 4 ਲੈਗਸ ਨੇ, ਠੀਕ ਹੈ। ਤਾਂ ਉਸਨੇ ਦੱਸਿਆ ਗਿਆ ਕਿ ਇਹ ਇੱਕ ਡੋਗੀ ਹੈ, ਠੀਕ ਹੈ, ਡੋਗ ਹੈ। ਮਤਲਬ ਕਲੀਅਰ ਹੈ ਹੁਣ ਉਸਨੂੰ ਕਿ ਜਿਸ ਦੇ ਵੀ 4 ਲੈਗਸ ਹੋਣਗੇ ਤਾਂ ਡੋਗ ਹੋਏਗਾ, ਠੀਕ ਹੈ। ਤਾਂ ਮਤਲਬ ਕੀ ਹੋਇਆ, ਉਸਨੇ ਇੱਕ ਇਨਫੋਰਮੇਸ਼ਨ ਐਡ ਕੀਤੀ। ਸਭ ਤੋਂ ਪਹਿਲਾਂ ਉਸਨੇ ਅਸਿਮੀਲੇਸ਼ਨ ਕੀਤਾ, ਠੀਕ ਹੈ। ਉਸਨੇ ਇੱਕ ਇਨਫੋਰਮੇਸ਼ਨ ਆਪਣੇ ਮਾਈਂਡ ਦੇ ਵਿੱਚ ਐਡ ਕੀਤੀ, ਨਵੀਂ ਇਨਫੋਰਮੇਸ਼ਨ ਕਹਿ ਲਓ, ਠੀਕ ਹੈ ਜੀ, ਕਿਵੇਂ ਵੀ, ਕਿ ਜੋ ਵੀ 4 ਲੈਗ ਵਾਲਾ ਹੋਏਗਾ ਉਹ ਕੀ ਹੋਏਗਾ, ਡੋਗ ਹੋਏਗਾ। ਅਤੇ ਇੱਥੇ ਇਕੁਲਿਬਰੀਅਮ ਹੋ ਗਿਆ, ਹੁਣ ਉਹਦੇ ਮਾਈਂਡ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ, ਠੀਕ ਹੈ। ਬਟ ਇੱਥੇ ਕੀ ਹੋਇਆ, ਉਸ ਤੋਂ ਬਾਅਦ ਉਹਦੇ ਸਾਹਮਣੇ ਇੱਕ ਨਵੀਂ ਜਿਹੀ ਸਿਚੁਏਸ਼ਨ ਨਿਕਲ ਕੇ ਆਈ। ਨਵੀਂ ਸਿਚੁਏਸ਼ਨ ਕੀ ਨਿਕਲ ਕੇ ਆਈ ਕਿ ਉਸਨੇ ਇੱਕ ਕੈਟ ਨੂੰ ਦੇਖਿਆ। ਉਸਨੇ ਕੈਟ ਨੂੰ ਦੇਖਿਆ, ਉਸਦੇ ਵੀ ਤਾਂ 4 ਲੈਗ ਸੀ। ਉਸਨੇ ਕੈਟ ਨੂੰ ਦੇਖ ਕੇ ਬੋਲਿਆ ਡੋਗੀ। ਮਤਲਬ ਉਸਨੇ ਕੈਟ ਨੂੰ ਦੇਖ ਕੇ ਵੀ ਉਸਨੂੰ ਕੀ ਸਮਝਿਆ, ਡੋਗ ਸਮਝਿਆ, ਕਿਉਂਕਿ ਉਸਨੂੰ ਲੱਗਦਾ ਸੀ ਕਿ ਕੋਈ ਵੀ 4 ਲੈਗਸ ਵਾਲਾ ਜੋ ਹੋਏਗਾ ਉਹ ਕੀ ਹੋਏਗਾ, ਡੋਗ ਹੀ ਹੋਏਗਾ। ਔਰ ਇਹ ਤਾਂ ਇਨਫੋਰਮੇਸ਼ਨ ਉਸਦੇ ਅੰਦਰ ਸੀ, ਅਸਿਮੀਲੇਸ਼ਨ ਹੋਇਆ ਸੀ, ਇਕੁਲਿਬਰੀਅਮ ਸੀ। ਬਟ ਇੱਥੇ ਉਹ ਕੀ ਹੋ ਗਈ, ਨਵੀਂ ਸਿਚੁਏਸ਼ਨ ਉਹਦੇ ਸਾਹਮਣੇ ਆਈ ਤਾਂ ਉਹ ਕੀ ਹੋ ਗਈ, ਪੂਰੀ ਡਾਊਟਫੁਲ ਹੋ ਗਈ, ਡਿਸਇਕੁਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਹੋ ਗਈ ਕਿ ਹੈ ਤਾਂ ਇਹ ਉਸੇ ਤਰੀਕੇ ਨਾਲ, ਪਰ ਜਦੋਂ ਇਹ ਬੋਲ ਰਿਹਾ ਹੈ ਤਾਂ ਇਸ ਦੀ ਆਵਾਜ਼ ਕਿਸੇ ਹੋਰ ਤਰੀਕੇ ਨਾਲ ਆ ਰਹੀ ਹੈ, ਠੀਕ ਹੈ। ਦਿਖਦਾ ਤਾਂ ਇਹ ਵੀ ਬਿਲਕੁਲ ਡੋਗ ਦੀ ਤਰ੍ਹਾਂ ਹੈ, 4 ਲੈਗਸ ਨੇ ਇਸ ਦੇ, ਬਟ ਜਦੋਂ ਇਹ ਬੋਲ ਰਿਹਾ ਹੈ ਔਰ ਜਦੋਂ ਡੋਗ ਬੋਲਦਾ ਹੈ ਤਾਂ ਦੋਨਾਂ ਦੀ ਆਵਾਜ਼ ਵਿੱਚ ਬਹੁਤ ਡਿਫਰੈਂਸ ਹੈ। ਤਾਂ ਇਹ ਕੀ ਹੋ ਸਕਦਾ ਹੈ, ਠੀਕ ਹੈ। ਤਾਂ ਇੱਥੇ ਕੀ ਹੋਏਗਾ, ਉਸਦੇ ਡਿਸਇਕੁਲਿਬਰੀਅਮ ਹੋ ਗਿਆ, ਮਤਲਬ ਡਾਊਟ ਹੋ ਗਿਆ, ਬੈਲੈਂਸ ਨਹੀਂ ਬਣਿਆ। ਤਾਂ ਉਸਦੇ ਪੇਰੈਂਟਸ ਨੇ ਉਸਨੂੰ ਸਮਝਾਇਆ ਕਿ ਹਰ ਇੱਕ ਜੋ 4 ਲੈਗਸ ਦੇ ਐਨੀਮਲਸ ਹੁੰਦੇ ਨੇ, ਜ਼ਰੂਰੀ ਨਹੀਂ ਕਿ ਉਹ ਡੋਗ ਹੀ ਹੋਣ, ਉਹ ਕੈਟ ਵੀ ਹੋ ਸਕਦੇ ਨੇ, ਹੌਰਸ ਵੀ ਹੋ ਸਕਦੇ ਨੇ, ਡਿਫਰੈਂਟ ਟਾਈਪ ਦੇ ਡਿਫਰੈਂਟ ਐਨੀਮਲਸ ਹੁੰਦੇ ਨੇ। ਤਾਂ ਇੱਥੇ ਉਸਦੀ ਲਰਨਿੰਗ ਹੋਈ, ਠੀਕ ਹੈ। ਤਾਂ ਇੱਥੇ ਉਸਨੇ ਸਿੱਖਿਆ। ਤਾਂ ਇੱਥੇ ਕੀ ਹੋਇਆ, ਉਸਨੇ ਜੋ ਪੁਰਾਣੀ ਇਨਫੋਰਮੇਸ਼ਨ ਸੀ, ਜੋ ਉਸਨੇ ਪੁਰਾਣੀ ਇਨਫੋਰਮੇਸ਼ਨ ਐਡ ਕੀਤੀ ਹੋਈ ਸੀ, ਉਸਦੇ ਵਿੱਚ ਉਸਨੇ ਨਵੀਂ ਇਨਫੋਰਮੇਸ਼ਨ ਨੂੰ ਐਡ ਕੀਤਾ, ਮਤਲਬ ਅਕਮੋਡੇਸ਼ਨ ਕੀਤਾ, ਜਿਸ ਦੇ ਨਾਲ ਉਹ ਦੁਬਾਰਾ ਕਿਸ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ, ਇਕੁਲਿਬਰੀਅਮ, ਮਤਲਬ ਉਸਦੇ ਜੋ ਸਾਰੇ ਡਾਊਟ ਸੀ ਉਹ ਕਲੀਅਰ ਹੋ ਗਏ। ਕਲੀਅਰ ਹੈ ਇਹ ਚੀਜ਼। ਇਸ ਕਨਸੈਪਟ ਦੇ ਵਿੱਚ ਕੋਈ ਵੀ ਡਾਊਟ ਮੈਨੂੰ ਨਹੀਂ ਲੱਗਦਾ, 2 ਐਗਜ਼ਾਮਪਲਸ ਨਾਲ ਔਰ ਬਾਰ-ਬਾਰ ਬੋਲ ਕੇ ਤੁਹਾਨੂੰ ਐਕਸਪਲੇਨ ਕੀਤਾ, ਠੀਕ ਹੈ ਜੀ। ਉਹੀ ਚੀਜ਼ ਹੈ, ਸਭ ਤੋਂ ਪਹਿਲਾਂ ਸਿਮੂਲੇਸ਼ਨ ਹੁੰਦਾ ਹੈ, ਇਨਫੋਰਮੇਸ਼ਨ ਕੋਈ ਆਪਣੇ ਮਾਈਂਡ ਦੇ ਵਿੱਚ ਐਡ ਹੁੰਦੀ ਹੈ, ਠੀਕ ਹੈ ਜੀ। ਇਕੁਲਿਬਰੀਅਮ ਹੈ, ਇਕੁਲਿਬਰੀਅਮ ਦੀ ਕੰਡੀਸ਼ਨ ਦੇ ਵਿੱਚ ਆਪਾਂ ਹੁੰਦੇ ਹਾਂ, ਸਿਚੁਏਸ਼ਨ ਨਵੀਂ ਬਣਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਗੱਲ ਕਰੀਏ, ਡਿਸਇਕੁਲਿਬਰੀਅਮ ਹੋ ਗਿਆ, ਨਵੀਂ ਸਿਚੁਏਸ਼ਨ ਦੇਖ ਕੇ ਆਪਾਂ ਡਿਸਇਕੁਲਿਬਰੀਅਮ ਦੀ ਕੰਡੀਸ਼ਨ 'ਚ ਆਉਂਦੇ ਹਾਂ। ਅਕਮੋਡੇਸ਼ਨ ਹੁੰਦਾ ਹੈ, ਦੁਬਾਰਾ ਫਿਰ ਉਹੀ ਚੀਜ਼, ਹੁਣ ਅਕਮੋਡੇਸ਼ਨ ਤੋਂ ਬਾਅਦ ਦੁਬਾਰਾ ਅਸਿਮੀਲੇਸ਼ਨ ਵੱਲ ਜਾਵਾਂਗੇ। ਅਸਿਮੀਲੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੀ ਦੁਬਾਰਾ ਉਹੀ ਚੀਜ਼ ਜੋ ਹੈ ਸਟਾਰਟ ਹੋ ਜਾਂਦੀ ਹੈ। ਕੋਈ ਵੀ ਨਵੀਂ ਸਿਚੁਏਸ਼ਨ ਦੇਖਦੇ ਫਿਰ ਆਪਾਂ ਕੁਝ ਸਿੱਖਦੇ ਹਾਂ। ਇਸ ਤਰੀਕੇ ਨਾਲ ਜੋ ਆਪਣਾ ਜੋ ਕੋਗਨੀਟਿਵ ਡਿਵੈਲਪਮੈਂਟ ਹੁੰਦਾ ਹੈ ਅਕੋਰਡਿੰਗ ਟੂ ਜੀਨ ਪਿਆਜੇ, ਠੀਕ ਹੈ। ਤਾਂ ਜੋ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਆ ਜਾਂਦਾ, ਦੁਬਾਰਾ ਦੱਸ ਰਹੀ, ਅਗਰ ਐਡ ਵਰਡ ਹੈ ਤਾਂ ਉੱਥੇ ਮਤਲਬ ਕੀ ਹੈ, ਕੁਝ ਇਨਫੋਰਮੇਸ਼ਨ ਆਪਾਂ ਐਡ ਕਰ ਰਹੇ ਹਾਂ, ਦੈਟ ਦ ਮੀਨਿੰਗ ਆਫ ਅਸਿਮੀਲੇਸ਼ਨ। ਅਗਰ ਚੇਂਜ ਕਰ ਰਹੇ ਹਾਂ ਤਾਂ ਅਕੋਮੋਡੇਸ਼ਨ, ਕਿਉਂਕਿ ਇਹੀ 2 ਚੀਜ਼ਾਂ ਦੇ ਵਿੱਚ ਬੱਚੇ ਕਨਫਿਊਜ਼ ਹੁੰਦੇ ਆ। ਕਲੀਅਰ, ਉਮੀਦ ਹੈ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ, ਠੀਕ ਹੈ। ਤਾਂ ਬਿਲਕੁਲ ਇਹ ਸੀਗਾ ਅੱਜ ਦਾ ਟੌਪਿਕ, ਠੀਕ ਹੈ, ਜਿਹਦੇ ਵਿੱਚ ਆਪਾਂ ਪ੍ਰੋਪਰਲੀ ਡਿਸਕਸ ਕੀਤਾ। ਇਹਦੇ ਇੱਕ ਛੋਟਾ ਜਿਹਾ ਵੀ ਬੋਲ ਸਕਦੇ ਹਾਂ ਔਰ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਬੋਲ ਸਕਦੇ ਹਾਂ। ਇੱਕ ਜੋ ਟੌਪਿਕ ਆ ਉਹ ਰਹਿੰਦਾ ਜਿਸ ਨੂੰ ਆਪਾਂ ਸਟੇਜਿਸ ਆਫ ਡਿਵੈਲਪਮੈਂਟ ਬੋਲਦੇ ਹਾਂ ਬਾਏ ਜੀਨ ਪਿਆਜੇ। ਇੰਨਾ ਕੁ ਜ਼ਿਆਦਾ ਇੰਪੋਰਟੈਂਟ ਕਿ ਇਹਦੇ ਵਿੱਚ ਕੁਐਸਚਨ ਬਣਦਾ ਹੀ ਬਣਦਾ, ਬਹੁਤ ਸਾਰੇ ਕੁਐਸਚਨ ਬਣਦੇ ਨੇ, ਠੀਕ ਹੈ। ਔਰ ਨੈਕਸਟ ਵੀਡੀਓ ਦੇ ਵਿੱਚ ਸਟੇਜਿਸ ਆਫ ਡਿਵੈਲਪਮੈਂਟ ਨੂੰ ਜੋ ਵੀ ਜੀਨ ਪਿਆਜੇ ਦੁਆਰਾ ਦਿੱਤੀਆਂ ਗਈਆਂ ਸੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਅੱਜ ਦੇ ਵੀਡੀਓ ਦੇ ਵਿੱਚ ਕੋਈ ਵੀ ਡਾਊਟ ਹੋਊਗਾ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਗਰੁੱਪ ਦੇ ਵਿੱਚ ਦੱਸ ਦਿਓ, ਵੀ ਵਿਲ ਡਿਸਕਸ। ਔਰ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ, ਠੀਕ ਹੈ ਜੀ, ਇਸੇ ਟੌਪਿਕ ਨੂੰ। ਕਲੀਅਰ, ਥੈਂਕ ਯੂ।